हर नंग रख जाति सहत विधान देवी देव देहो रे संतोख सिंह गुरु होते रीत मिट जाती कथा बेदन पुराण की श्री गुरु गोबिंद सिंह पवन परम सूर मूरत न होती जो पे करुणा निधान की जिसमें अमृत ज्ञान है मानक भगत करा श्री गुरु ग्रंथ साहिब उदद बंदों कर अनुराग एकांकार सतगुरु ते प्रसाद सच होए वाहिगुरु जी की फतेह विघ्न विनाशन श्री वाहिगुरु जी की फतेह विघ्न विनाशन होए कने केरे रस लिए सूर मारी भजे पीर भारी वाहिगुरु जी का खालसा ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ ਆਪ ਸੰਗਤ ਨੇ ਗੁਰੂ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੀ ਇਲਾਹੀ ਅਗੰਮੀ ਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਣ ਕੀਤੀਆਂ। ਗਰੀਬ ਨਵਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪਣੀ ਜ਼ਿੰਦਗੀ ਦਾ ਇਹ ਪਹਿਲਾ ਜੰਗ ਜੋ ਹੈ ਭੰਗਾਣੀ ਦੀ ਧਰਤੀ ਤੇ ਪਾਤਸ਼ਾਹ ਲੜਦੇ ਪਏ। ਫਤਿਹ ਸ਼ਾਹ ਰਾਜਾ ਆਪਣੇ ਨਾਲ ਕਈ ਰਾਜੇ ਤੇ ਉਹਨਾਂ ਰਾਜਿਆਂ ਦੀ ਫੌਜ ਲੈ ਕੇ ਬੜੇ ਹੰਕਾਰ ਮਾਣ ਦੇ ਨਾਲ ਆਇਆ ਵੀ ਸਤਿਗੁਰਾਂ ਦਾ ਮੈਂ ਡੇਰਾ ਵੀ ਲੁੱਟ ਲੈਣਾ, ਮਹਾਰਾਜ ਨੂੰ ਵੀ ਮਾਰ ਦੇਣਾ ਹੈ। ਮਹਾਰਾਜ ਦੇ ਦਲ ਵਿੱਚ ਰਹਿਣ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਨਾਲ ਦਿਆਂ ਸਿੱਖਾਂ ਨੇ ਗੁਰਮੁਖੋ ਇਹੋ ਜਿਹਾ ਜੰਗ ਕੀਤਾ। ਨਿਹਾਤ ਖਾਨ ਪਠਾਨ ਨੂੰ ਮਹੰਤ ਕਿਰਪਾਲ ਦਾਸ ਨੇ ਸਿਰ ਵਿੱਚ ਡੰਡਾ ਮਾਰ ਕੇ ਮਾਰਿਆ। ਨਿਜਾਬਤ ਖਾਨ ਨਾਮ ਦਾ ਜਿਹੜਾ ਸੀਗਾ ਪਠਾਨ, ਇਸ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੀਰ ਬਖਸ਼ਿਸ਼ ਕਰਕੇ ਇਸ ਨੂੰ ਮਾਰਿਆ। ਮੁਗਲਸ ਖਾਨ ਨਾਮ ਦਾ ਵਾਹਿਗੁਰੂ ਜੀ ਭੀਖਣ ਖਾਨ ਨਾਮ ਦਾ ਜਿਹੜਾ ਪਠਾਨ ਸੀ ਉਹਨੂੰ ਵੀ ਮਹਾਰਾਜ ਨੇ ਮਾਰਿਆ। ਦੁਸ਼ਮਣ ਦਲ ਦੇ ਵਿੱਚ ਬਹੁਤ ਵੱਡਾ ਆਪਣੇ ਆਪ ਨੂੰ ਸੂਰਮਾ ਖਵਾਉਣ ਵਾਲਾ ਹਰੀ ਚੰਦ ਜੋ ਰਾਜਾ ਹੈ, ਇਹ ਆਪਣੀ ਬਹੁਤ ਮਹਿਮਾ ਗਾਉਂਦਾ ਵੀ ਮੇਰੇ ਤੀਰ ਨਿਸ਼ਾਨੇ ਤੇ ਲੱਗਦੇ ਉਕਦੇ ਨਹੀਂ। ਇਹਦਾ ਲੋਹਾ ਮੰਨਦੇ ਵੀ ਵਾਕਿਆ ਹੀ ਇਹ ਜਦੋਂ ਤੀਜਾ ਜਾ ਕੇ ਪੇਟ ਦੇ ਉੱਪਰ ਨਾ ਇੱਕ ਜਿਵੇਂ ਕਮਰ ਕੱਸਾ ਲਾਈਦਾ, ਇਸ ਤਰ੍ਹਾਂ ਦੀ ਚੌੜੀ ਪੇਟੀ ਲੱਕ ਨਾਲ ਵੜੀ ਹੈ। ਅਗਲੇ ਥੋੜੀ ਜੀ ਮਹਾਰਾਜ ਦੇ ਸਰੀਰ ਵਿੱਚ ਚਲੇ ਗਈ ਤੇ ਆਪਣਾ ਵਗਦਾ ਖੂਨ ਵੇਖ ਕੇ ਮਹਾਰਾਜ ਬੜੇ ਖੁਸ਼ ਹੋਏ, ਕਹਿਣ ਲੱਗੇ ਛਤਰੀਆਂ ਦਾ ਤੇ ਕੰਮ ਹੀ ਖੂਨ ਵਹਾਉਣਾ ਹੈ। ਬਚਨ ਵੀ ਮਹਾਰਾਜ ਨੇ ਲਿਖੇ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਤੇ ਕਰੰਗ ਲੈ ਕਮਾਨੰ
ਅਨਿਓ ਏਕ ਜਵਾਨੰ ਬਚਨ ਵੀ ਲਿਖੇ ਮਹਾਰਾਜ ਨੇ, ਆਪਣੀ ਇਸ ਜੰਗ ਦਾ ਵਰਣਨ ਵੀ ਕੀਤਾ ਮਹਾਰਾਜ ਨੇ। ਤੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਇੱਕ ਜੜਿਆ ਤੀਰ ਆਪਣੇ ਧਨੁੱਖ ਦੇ ਵਿੱਚ ਤੇ ਹਰੀ ਚੰਦ ਰਾਜੇ ਨੂੰ ਆਖਿਆ ਵੀ ਸਾਵਧਾਨ ਹੋ ਜਾਓ। ਜਦੋਂ ਤੀਰ ਮਹਾਰਾਜ ਨੇ ਚਲਾਇਆ ਤੇ ਹਰੀ ਚੰਦ ਨੇ ਵੇਖਿਆ ਵੀ ਹੁਣ ਬਚਾ ਕੋਈ ਨਹੀਂ ਮੇਰਾ, ਭੱਜ ਪਿਆ ਅੱਗੇ ਲਾ ਕੇ, ਮੈਂ ਭੱਜ ਜਾਵਾਂ ਜਾਨ ਬਚਾ ਲਵਾਂ। ਪਰ ਭੱਜਿਆ ਕਿੱਥੋਂ ਤੱਕ ਜਾ ਸਕਦਾ ਹੈ, ਸਤਿਗੁਰਾਂ ਦੇ ਤੀਰ ਦੀ ਰਫ਼ਤਾਰ ਜ਼ਿਆਦਾ ਹੈ। ਮਹਾਰਾਜ ਜੀਆਂ ਨੇ ਜਦੋਂ ਤੀਰ ਚਲਾਇਆ ਤੇ ਕਹਿਣ ਲੱਗੇ ਤੀਰ ਫਿਰ ਇਸ ਨੂੰ ਪਾੜਦਾ ਹੋਇਆ ਰਾਜੇ ਨੂੰ ਛਾਤੀ ਦੇ ਵਿੱਚੋਂ ਪਾਰ ਲੰਘਿਆ। ਹਰੀ ਚੰਦ ਰਾਜਾ ਮਰ ਕੇ ਡਿੱਗ ਪਿਆ। ਸਤਿ ਸ੍ਰੀ ਅਕਾਲ। ਇਸ ਤਰ੍ਹਾਂ ਮਹਾਰਾਜ ਜੀਆਂ ਨੇ ਇੱਥੇ ਰਾਜਿਆਂ ਦਾ ਅੰਤ ਕੀਤਾ। ਅੱਗੇ ਕਿਵੇਂ ਪ੍ਰਸੰਗ ਇਤਿਹਾਸ ਆਵੇਗਾ ਉਹ ਆਪਾਂ ਅੱਜ ਸਰਵਣ ਕਰਾਂਗੇ। ਆਓ ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਨੇ ਘਾਏ ਗੇਰੇ ਤਰਸੇ ਮ੍ਰਿਤ ਹੇਰੇ। ਜਦੋਂ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਚਲਾਉਂਦੇ ਨਾ ਤੀਰ, ਗੁਰਮੁਖੋ ਮਹਾਰਾਜ ਦੇ ਤੀਰ ਜਿਹੜੇ ਨੇ ਘਣੇ ਬਹੁਤਿਆਂ ਨੂੰ ਮਾਰ ਮਾਰ ਕੇ ਧਰਤੀ ਤੇ ਸੁੱਟਦੇ। ਤੇ ਜਿਹੜੇ ਦੁਸ਼ਮਣ ਨੇ ਵੇਖ ਵੇਖ ਕੇ ਡਰ ਗਏ, ਮੌਤ ਨੇੜੇ ਆ ਗਈ ਹੈ। ਤੀਰ ਨਹੀਂ ਦਸਵੇਂ ਪਾਤਸ਼ਾਹ ਦਾ ਨੇੜੇ ਆ ਰਿਹਾ, ਇਹ ਤੀਰ ਦੇ ਰੂਪ ਦੇ ਵਿੱਚ ਮੌਤ ਨੇੜੇ ਆ ਗਈ ਹੈ। ਦੁਸ਼ਮਣ ਦਲ ਦੇ ਸਿਪਾਹੀ ਤੇ ਵਜ਼ੀਰ ਜਿਹੜੇ ਨੇ ਵੇਖ ਕੇ ਬੜੇ ਭੈ ਭੀਤ ਹੋਏ ਹਨ। ਲੀਏ ਸੂਰ ਮਾਰੀ ਭਜੇ ਭੀਰ ਭਾਰੀ। ਜਦੋਂ ਮਹਾਰਾਜ ਨੇ ਮੁੱਖ ਸੂਰਮੇ ਮਾਰ ਲਿਆ ਨਾ, ਹਿਆਤ ਖਾਨ ਨੂੰ ਮਾਰ ਲਿਆ, ਭੀਖਣ ਖਾਨ ਨੂੰ ਮਾਰ ਲਿਆ, ਨਜਾਬਤ ਖਾਨ ਨੂੰ ਮਾਰ ਲਿਆ, ਔਰ ਇਹਨਾਂ ਦੇ ਵਿੱਚ ਹਰੀ ਚੰਦ ਰਾਜੇ ਨੂੰ ਮਾਰ ਲਿਆ। ਜਦੋਂ ਮੁੱਖ ਜਰਨੈਲ ਹੀ ਮਹਾਰਾਜ ਨੇ ਧਰਤੀ ਤੇ ਲੰਮੇ ਪਾ ਸੁੱਟੇ ਤੇ ਫਿਰ ਜਿਹੜੇ ਦੂਜੇ ਤੀਜੇ ਸਨ ਚੇਲੇ ਸੇਵਕ, ਉਹਨਾਂ ਨੂੰ ਭਜਦਿਆਂ ਕੋਈ ਦੇਰ ਨਹੀਂ ਲੱਗੀ ਹੈ। ਕਹਾ ਲਓ ਅਚਾਰੈ ਭਰੀ ਲੋਹ ਮਾਰੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿੱਥੋਂ ਕੁ ਤੱਕ ਮੈਂ ਜੰਗ ਦਾ ਵਰਣਨ ਕਰਾਂ ਗੁਰਮੁਖੋ। ਮੈਦਾਨ ਵਿੱਚ ਦੂਰ ਦੂਰ ਤੱਕ ਲਾਸ਼ਾਂ ਹੀ ਲਾਸ਼ਾਂ ਪਈਆਂ ਹੋਈਆਂ, ਮੁਰਦਾ ਸਰੀਰ, ਜ਼ਖਮੀ ਸਰੀਰ, ਵੱਡੇ ਟੁੱਕੇ ਹੋਏ ਸਰੀਰ, ਦੋ ਦੋ ਹਿੱਸਿਆਂ ਵਿੱਚ ਪਾਟੇ ਵੱਡੇ ਹੋਏ ਸਰੀਰ ਪਏ ਹੋਏ ਹਨ। ਗੁਰੂ ਜੀ ਤਾਂ ਹੋਈ ਦਲੰਗ ਜਾਨ ਦੋਈ। ਸਾਰੀ ਸੈਨਾ ਨੂੰ ਪਤਾ ਲੱਗ ਗਿਆ ਵੀ ਮਹਾਰਾਜ ਵਿਜਈ ਹੋਏ, ਮਹਾਰਾਜ ਜਿੱਤੇ। ਸਭ ਨੂੰ ਪਤਾ ਲੱਗ ਗਿਆ ਵੀ ਹਰੀ ਚੰਦ ਰਾਜਾ ਮਰਿਆ। ਬਾਕੀ ਰਾਜਿਆਂ ਦੀ ਹੁਣ ਧੀਰ ਦੀ ਕੋਈ ਨਹੀਂ ਰਹਿਣੀ। ਇਹੋ ਹੀ ਸਾਰਿਆਂ ਤੋਂ ਆਪਣੇ ਆਪ ਨੂੰ ਬਹਾਦਰ ਅਖਵਾਉਂਦਾ ਤੇ ਕਹਿੰਦਾ ਸੀ। ਹਰੀ ਚੰਦ ਰਾਜੇ ਦੇ ਮਰਨ ਦੀ ਢੇਰ ਹੈ। ਸਾਰੇ ਜਾਣ ਗਏ ਵੀ ਮਹਾਰਾਜ ਦੀ ਇਸ ਜੰਗ ਵਿੱਚ ਹੁਣ ਜਿੱਤ ਹੋਈ ਹੈ। ਦੋਹਰਾ ਭਾਗਿਓ ਸ਼ਾਹ ਪਹਾੜ ਕੋ ਫਤਿਹ ਸ਼ਾਹ ਧਰ ਤਰਾਸ। ਕਹਿਣ ਲੱਗੇ ਗੁਰਮੁਖੋ ਜਦੋਂ ਹਰੀ ਚੰਦ ਰਾਜੇ ਨੂੰ ਤੀਰ ਬਖਸ਼ਿਆ ਨਾ ਮਹਾਰਾਜ ਨੇ ਤੇ ਮਰ ਕੇ ਧਰਤੀ ਤੇ ਡਿੱਗਾ। ਜਿਹੜਾ ਫਤਿਹ ਸ਼ਾਹ ਰਾਜਾ ਆਇਆ ਸੀ ਨਾ ਬੜੇ ਮਾਣ ਦੇ ਨਾਲ ਵੀ ਗੁਰੂ ਦਾ ਦਲ ਤੇ ਮੇਰੇ ਸਾਹਮਣੇ ਕੁਝ ਵੀ ਨਹੀਂ, ਮੈਂ ਝਾਟੀ ਮਸਲ ਦਿਆਂਗਾ, ਮਾਰ ਦਿਆਂਗਾ, ਦਰੜ ਦਿਆਂਗਾ। ਅੱਜ ਉਸ ਰਾਜੇ ਨੂੰ ਭੱਜਦਿਆਂ ਦੇਰ ਨਹੀਂ ਲੱਗੀ। ਕੀਤਾ ਪਹਾੜਾਂ ਵੱਲ ਨੂੰ ਮੂੰਹ ਆਪਣੇ ਘੋੜੇ ਦਾ ਤੇ ਚੜ੍ਹਿਆ ਘੋੜੇ ਦੇ ਉੱਪਰ ਤੇ ਪਤਾ ਨਹੀਂ ਫਤਿਹ ਸ਼ਾਹ ਰਾਜਾ ਕਦੋਂ ਜੰਗ ਵਿੱਚੋਂ ਦੌੜ ਗਿਆ ਹੈ। ਮਾਰੇ ਗਏ ਪਠਾਨ ਗਨ ਹਰੀ ਚੰਦ ਪੁਨਨਾਸ਼। ਇਸ ਜੰਗ ਦੇ ਵਿੱਚ ਮਹਾਰਾਜ ਨੇ ਜਿਹੜੇ ਪਠਾਨ ਸਨ ਨਮਕ ਹਰਾਮੀ ਬਣੇ। ਆਪਾਂ ਇਤਿਹਾਸ ਵਿੱਚ ਬਚਨ ਸਰਵਣ ਕੀਤਾ ਸੀ, ਮਹਾਰਾਜ ਰੋਕਦੇ ਸਨ ਵੀ ਰੁਕ ਜਾਓ, ਜਾਇਓ ਨਾ, ਤੁਹਾਨੂੰ 5 ਗੁਣਾ ਮਾਇਆ ਦੇਵਾਂਗੇ। ਆਪਾਂ ਬਚਨ ਸਰਵਣ ਕੀਤਾ ਨਾ, ਮਹਾਰਾਜ ਕਹਿੰਦੇ 1 ਗੁਣਾ ਤਨਖਾਹ ਲੈ ਲਓ, ਕਹਿੰਦੇ ਨਹੀਂ ਰੁਕਣਾ। ਮਹਾਰਾਜ ਕਹਿੰਦੇ 2 ਗੁਣਾ ਲੈ ਲਓ, 3 ਗੁਣਾ ਲੈ ਲਓ, 4 ਗੁਣਾ ਲੈ ਲਓ। ਤੇ ਫਿਰ ਇੱਥੇ ਗੱਲ ਆ ਕੇ ਨਿਬੜ ਗਈ ਵੀ 5 ਗੁਣਾ ਤਨਖਾਹ ਵੱਧ ਲਵੋ। 5 ਰੁਪਈਏ ਲੈਣ ਵਾਲੇ ਨੂੰ 25 ਰੁਪਈਏ ਦੇਵਾਂਗੇ। ਨਹੀਂ ਅਸੀਂ ਤੇ ਜਾਣਾ ਹੀ ਜਾਣਾ, ਸਾਡੇ ਘਰੇ ਤੇ ਵਿਆਹ ਰੱਖੇ ਹੋਏ। ਤੇ ਫਿਰ ਅਖੀਰਲਾ ਬਚਨ ਮਹਾਰਾਜ ਨੇ ਆਖਿਆ ਅਸੀਂ ਢਾਲ ਭਰ ਕੇ ਦੇ ਦਿਆਂਗੇ ਧਨ ਦੀ, ਜਿਹਦੇ ਵਿੱਚ ਗਿਣਤੀ ਨਹੀਂ ਰਵੇਗੀ ਹੁਣ ਕੋਈ। ਇੰਨੀ ਵੱਡੀ ਤਨਖਾਹ। ਜੰਗ ਦੇ ਵਿੱਚ ਪਿੱਠ ਨਾ ਵਿਖਾਓ, ਕਹਿਰ ਨਾ ਬਣੋ, ਆਪਣੀ ਕੁੱਲ ਨੂੰ ਲਾਜ ਨਾ ਲਾਇਓ। ਪਰ ਇਹਨਾਂ ਦਾ ਧਿਆਨ ਤੇ ਗੁਰਮੁਖੋ ਮਹਾਰਾਜ ਦੇ ਵੱਡੇ ਖਜ਼ਾਨੇ ਦੇ ਉੱਪਰ ਹੈ। ਕਹਿਣ ਲੱਗੇ ਅਸੀਂ ਜਾਣਾ ਹੀ ਜਾਣਾ। ਜਦੋਂ ਫਿਰ ਵੀ ਦਗਾ ਕਰਕੇ ਰਲ ਗਏ ਨਾ ਜਾ ਕੇ ਫਤਿਹ ਸ਼ਾਹ ਰਾਜੇ ਦੇ ਨਾਲ, ਤੇ ਮਹਾਰਾਜ ਦੇ ਮੁਖੋਂ ਬਚਨ ਨਿਕਲੇ। ਕਹਿਣ ਲੱਗੇ ਭਾਈ ਨੰਦ ਚੰਦ, ਅਸੀਂ ਤੇ ਚਾਹੁੰਦੇ ਸੀ ਵੀ ਇਹ ਜੰਗ ਲੜ ਕੇ ਸੁਖੀ ਸਾਂਦੀ ਆਪਣੇ ਘਰੇ ਜਾਂਦੇ, ਪਰਿਵਾਰ ਬੱਚਿਆਂ ਨੂੰ ਮਿਲਦੇ ਤੇ ਬਹੁਤੀ ਮਾਇਆ ਲਿਜਾ ਕੇ ਖੁਸ਼ ਹੁੰਦੇ।
ਪਰ ਅਸਲ ਵਿੱਚ ਕਾਰਨ ਇਹ ਆ ਵੀ ਇਹ ਧਰਤੀ ਛੱਡ ਹੀ ਨਹੀਂ ਸਕਦੇ, ਇਸੇ ਧਰਤੀ ਤੇ ਇਹਨਾਂ ਦਾ ਅੰਤ ਲਿਖਿਆ। ਇਹਨਾਂ ਨੇ ਮਰਨਾ ਹੀ ਇੱਥੇ ਆ ਕੇ ਹੈ, ਇਹਨਾਂ ਦਾ ਅੰਤ ਲਿਖਿਆ, ਇਹਨਾਂ ਦੇ ਵੀ ਵੱਸ ਦੀ ਗੱਲ ਨਹੀਂ। ਬਚਨ ਮਹਾਰਾਜ ਜੀਆਂ ਦੇ ਪੂਰੇ ਹੋਏ 3 ਪਠਾਨ ਸਰਦਾਰ ਸਨ, ਹਿਆਤ ਖਾਨ, ਭੀਖਣ ਖਾਨ ਤੇ ਨਜਾਬਤ ਖਾਨ। ਤਿੰਨਾਂ ਨੂੰ ਇੱਥੇ ਮਾਰਿਆ ਮਹਾਰਾਜ ਨੇ ਜੰਗ ਦੇ ਵਿੱਚ। ਅਤੇ ਇਸੇ ਤਰ੍ਹਾਂ ਹਰੀਚੰਦ ਰਾਜਾ ਜਿਹੜਾ ਸਰਦਾਰ ਸੀ, ਮੁਖੀ ਸੀ, ਉਹਨੂੰ ਵੀ ਇੱਥੇ ਮਾਰਿਆ ਹੈ। ਮਰੇ ਹਜ਼ਾरों ਵੀਰ ਜਹ ਜੀਵਤ ਚਲੇ ਪਲਾਏ। ਜਿਹੜੇ ਤੇ ਸਾਹਮਣੇ ਹੋ ਕੇ ਲੜੇ ਉਹ ਤੇ ਮਰ ਕੇ ਧਰਤੀ ਤੇ ਵਿਛੇ ਪਏ, ਜਿਹੜੇ ਭੱਜ ਗਏ ਮੈਦਾਨ ਵਿੱਚੋਂ ਉਹਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ। ਗਿਰਪਤ ਸੰਗ ਸਿਧਾਰ ਲੈ ਗਏ ਤੁਰੰਗ ਤਵਾਏ। ਤੇ ਕੁਝ ਉਹ ਸਨ ਜਿਨ੍ਹਾਂ ਦਾ ਧਿਆਨ ਗੁਰਮੁਖੋ ਆਪਣੇ ਰਾਜੇ ਵੱਲ ਸੀ। ਉਹਨਾਂ ਨੂੰ ਪਤਾ ਸੀ ਵੀ ਰਾਜੇ ਨੇ ਭੱਜਣਾ ਜ਼ਰੂਰ ਹੈ, ਤੇ ਜਦੋਂ ਇਹਦਾ ਘੋੜਾ ਭੱਜੇਗਾ ਤੇ ਸਾਡੇ ਇਹਦੇ ਤੋਂ ਅੱਗੇ ਲਾ ਕੇ ਭੱਜਣਗੇ, ਸਾਨੂੰ ਬਹਾਨਾ ਮਿਲੇਗਾ ਵੀ ਰਾਜੇ ਨਾ ਆਪ ਭੱਜੇ ਤੇ ਅਸੀਂ ਵੀ ਭੱਜੇ। ਜਿਹੜੇ ਸਾਹਮਣੇ ਹੋਏ ਉਹ ਮਾਰੇ ਗਏ, ਤੇ ਜਿਹੜੇ ਰਾਜੇ ਨੂੰ ਵੇਖਦੇ ਪਏ ਸਨ ਉਹ ਰਾਜੇ ਦੇ ਨਾਲ ਹੀ ਦੌੜ ਗਏ ਹਨ। ਤੋਮਰ ਛੰਦ ਸਰਤਾ ਗਿਰੀ ਜਿਸ ਨਾਏ। ਗੁਰਮੁਖੋ ਇਹ ਇੱਕ ਨਹਿਰ ਦਾ ਨਾਮ ਹੈ, ਗਿਰੀ ਨਦੀ ਇਸ ਨੂੰ ਕਹਿੰਦੇ। ਅੱਜ ਵੀ ਪਾਉਂਟਾ ਸਾਹਿਬ ਤੋਂ ਵਗਦੀ ਹੈ। ਇੱਕ ਪਾਸੇ ਜਮਨਾ ਨਦੀ ਵਹਿੰਦੀ ਹੈ, ਦੂਸਰੇ ਪਾਸੇ ਨਦੀ ਵਹਿੰਦੀ, ਉਹਨੂੰ ਗਿਰੀ ਨਦੀ ਕਹਿੰਦੇ ਨੇ। ਅੱਜ ਵੀ ਜੇ ਦਰਸ਼ਨ ਕਰੋਗੇ ਨਾ ਤੇ ਇਹ ਗਿਰੀ ਨਦੀ ਲੰਘ ਕੇ ਇਹਦਾ ਪੁਲ, ਹੁਣ ਤੇ ਪੁਲ ਬਣ ਗਏ, ਪਹਿਲਾਂ ਪੁਲ ਵਗੈਰਾ ਨਹੀਂ ਸਨ। ਪੁਲ ਲੰਘ ਕੇ ਤੇ ਫਿਰ ਅੱਗੇ ਜਾ ਕੇ ਭੰਗਾਣੀ ਸਾਹਿਬ ਦੇ ਦਰਸ਼ਨ ਕਰੀਦੇ। ਤੇ ਕਹਿਣ ਲੱਗੇ ਇਸ ਨਦੀ ਦਾ ਨਾਮ ਗਿਰੀ ਹੈ। ਇਹ ਜਿਹੜੀ ਗਿਰੀ ਨਾਮ ਦੀ ਨਦੀ ਹੈ, ਇਸਮੇ ਗਿਰੇ ਬਹੁ ਜਾਏ। ਕਹਿਣ ਲੱਗੇ ਵੀ ਇਹ ਪਹਾੜੀਏ ਸਿਪਾਹੀ ਇੰਨੇ ਡਰੇ, ਇਹਨਾਂ ਨੇ ਇਹ ਨਹੀਂ ਵੇਖਿਆ ਵੀ ਨਦੀ ਚੜ੍ਹੀ ਹੋਈ ਹੈ ਕਿ ਉਤਰੀ ਹੋਈ ਹੈ, ਪਾਣੀ ਤੇਜ਼ ਚੱਲਦਾ ਕਿ ਹੌਲੀ ਚੱਲਦਾ। ਇਹਨਾਂ ਨੇ ਛਾਲਾਂ ਹੀ ਮਾਰ ਦਿੱਤੀਆਂ ਜਾਂਦਿਆਂ ਉਹਦੇ ਵਿੱਚ। ਜੇ ਕਿਤੇ ਰੁਕ ਗਿਆ ਕਿਨਾਰੇ ਦੇ ਉੱਪਰ ਤੇ ਮਹਾਰਾਜ ਦੇ ਸੂਰਮਿਆਂ ਨੇ ਸਾਨੂੰ ਮਾਰ ਦੇਣਾ ਹੈ। ਜਾਣਦੇ ਇਹੋ ਜਿਹੇ ਲਾਲੇ ਪੈ ਗਏ, ਡਰ ਇਹੋ ਜਿਹਾ ਪੈ ਗਿਆ, ਇਹਨਾਂ ਨੇ ਜਾਂਦਿਆਂ ਹੀ ਉਹਦੇ ਵਿੱਚ ਛਾਲਾਂ ਮਾਰ ਦਿੱਤੀਆਂ ਹਨ। ਤਰ ਹੋਏ ਪਰ ਕੋਏ। ਤੇ ਜਿਹਨੂੰ ਤੇ ਤਰਨਾ ਆਉਂਦਾ ਸੀ ਉਹਨੇ ਤੇ ਹੱਥ ਪੈਰ ਮਾਰ ਕੇ ਪਾਣੀ ਵਿੱਚ ਤਰ ਕੇ ਤੇ ਪਾਰ ਹੋ ਗਏ, ਤੇ ਜਿਨ੍ਹਾਂ ਨੂੰ ਤਰਨਾ ਨਹੀਂ ਸੀ ਆਉਂਦਾ ਵਿੱਚੇ ਡੁੱਬ ਕੇ ਮਰ ਗਏ। ਕੁਝ ਜੰਗ ਮੈਦਾਨ ਵਿੱਚ ਮਰੇ, ਕੁਝ ਆ ਕੇ ਪਾਣੀ ਵਿੱਚ ਡੁੱਬ ਕੇ ਮਰੇ। ਤੇ ਕਈਆਂ ਨੇ ਜਦੋਂ ਛਾਲਾਂ ਮਾਰੀਆਂ, ਕਿਸੇ ਨੇ ਲੱਤ ਤੜਵਾਈ, ਕਿਸੇ ਨੇ ਬਾਂਹ ਤੜਵਾ ਲਈ, ਕੋਈ ਆਪਣੇ ਸਰੀਰ ਦੇ ਅੰਗ ਪੈਰ ਵੀ ਤੁੜਾ ਬੈਠੇ ਹਨ। ਵਿੱਚ ਡੁੱਬੇ ਗਏ ਤੇ ਸੋਏ। ਕਹਿਣ ਲੱਗੇ ਜਿਹੜੇ ਤਰਨਾ ਜਾਣਦੇ ਸਨ ਉਹ ਨਿਕਲ ਗਏ, ਜਿਹੜੇ ਨਹੀਂ ਜਾਣਦੇ ਸਨ ਉਹ ਡੁੱਬ ਗਏ ਹਨ। ਗਿਰ ਪੈ ਚੜੇ ਕਿਤ ਜਾਏ। ਤੇ ਕੁਝ ਜਿਹੜੇ ਸਨ ਉਹ ਭੱਜ ਕੇ ਪਹਾੜਾਂ ਦੇ ਉੱਪਰ, ਬਾਂਦਰਾਂ ਵਾਂਗੂ ਟਪੂਸੀਆਂ ਮਾਰਨੀਆਂ ਤੇ ਬੜੀਆਂ ਆਉਂਦੀਆਂ, ਭੱਜ ਕੇ ਪਹਾੜਾਂ ਦੇ ਉੱਪਰ ਚੜ ਗਿਆ ਵੀ ਕਿਵੇਂ ਨਾ ਕਿਵੇਂ ਜਾਨ ਬਚਾਉਣਾ ਕਰੀਏ। ਜਹ ਰਾਜਪੁਰਾ ਵਸਾਏ। ਕਹਿਣ ਲੱਗੇ ਜਿੱਥੇ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਨੇ, ਇਹ ਉਹ ਰਾਜਪੁਰਾ ਹੈ ਜਿੱਥੋਂ ਦੀ ਮਸੂਰੀ ਦੀ ਚੜ੍ਹਾਈ ਅੱਜ ਕੱਲ੍ਹ ਚੜ੍ਹਦੇ ਨੇ। ਜਿਹੜੇ ਲੋਕ ਮਸੂਰੀ ਨੂੰ ਜਾਂਦੇ ਨਾ, ਮਸ਼ਹੂਰੀ ਸ਼ਹਿਰ ਹੈ ਵੇਖਣ ਵਾਸਤੇ, ਕੁਝ ਲੋਕ ਜਾਂਦੇ। ਇਹਦੇ ਥੱਲੇ ਜਿੱਥੋਂ ਚੜ੍ਹਾਈ ਸ਼ੁਰੂ ਹੁੰਦੀ ਹੈ, ਇੱਥੇ ਰਾਜਪੁਰਾ ਨਾਮ ਦਾ ਇੱਕ ਨਗਰ ਹੈ। ਕਹਿਣ ਲੱਗੇ ਵੀ ਇਸ ਨਗਰ ਦੇ ਕੋਲ ਜਮਨਾ ਨਦੀ ਦਿਸ਼ ਜੋਏ। ਤੇ ਇਹਦੇ ਇੱਕ ਪਾਸੇ ਜਮਨਾ ਨਦੀ ਹੈ ਤੇ ਇੱਕ ਪਾਸੇ ਗਿਰੀ ਨਦੀ ਵਗਦੀ ਹੈ। ਇਹ ਉੱਥੋਂ ਦਾ ਸਾਰਾ ਨਕਸ਼ਾ ਹੈ। ਡਰ ਭਾਜ ਗਏ ਤਰ ਕੋਏ। ਕਹਿਣ ਲੱਗੇ ਵੀ ਡਰ ਕੇ ਭੱਜ ਕੇ ਇਹਨਾਂ ਨੇ ਨਦੀ ਵਿੱਚ ਮਾਰੀਆਂ ਛਾਲਾਂ ਤੇ ਤਰ ਕੇ ਫਿਰ ਉਸ ਨਦੀ ਨੂੰ ਪਾਰ ਹੋ ਗਏ ਹਨ। ਨਹਿ ਆਪ ਮੈਂ ਸੰਭਾਰ। ਕਹਿਣ ਲੱਗੇ ਵੀ ਹੁਣ ਕਿਸੇ ਨੇ ਚਾਚੇ ਤਾਏ ਮਾਮੇ ਦੀ ਸੰਭਾਲ ਕੀ ਕਰਨੀ ਹੈ, ਹੁਣ ਤੇ ਆਪਣਾ ਆਪ ਵੀ ਨਹੀਂ ਸਾਂਭਿਆ ਜਾਂਦਾ। ਮੇਰੀ ਤਲਵਾਰ ਕਿੱਥੇ ਰਹਿ ਗਈ ਹੈ, ਮੇਰਾ ਘੋੜਾ ਕਿੱਥੇ ਰਹਿ ਗਿਆ, ਮੇਰਾ ਸੰਗੀ ਸਾਥੀ ਕਿੱਥੇ ਰਹਿ ਗਿਆ, ਪੈਰਾਂ ਵਿੱਚ ਜੁੱਤੀ ਵੀ ਰਹਿ ਗਈ ਹੈ ਕਿ ਨਿਕਲ ਗਈ ਹੈ, ਸਿਰ ਤੇ ਕੋਈ ਪੱਗ ਦਸਤਾਰ ਰਹਿ ਗਈ ਹੈ ਕਿ ਨਹੀਂ। ਬਸ ਭੱਜ ਪਏ ਇਹ ਪਹਾੜੀਏ ਸਿਪਾਹੀ, ਜਿੱਧਰ ਨੂੰ ਮੌਕਾ ਮਿਲਿਆ ਜਾਨ ਬਚਾਉਣ ਵਾਸਤੇ। ਰਣ ਤਿਆਗ ਹੈ ਬਿਕਰਾਰ। ਕਹਿਣ ਲੱਗੇ ਵੀ ਇਹ ਜੰਗ ਮੈਦਾਨ ਹੀ ਗੁਰਮੁਖੋ ਇਹੋ ਜਿਹਾ ਭਿਆਨਕ ਹੈ। ਜੰਗ ਦਾ ਮੈਦਾਨ ਵੇਖ ਕੇ ਪਹਾੜੀਆਂ ਦੇ ਪਸੀਨੇ ਛੁੱਟੇ ਤੇ ਦੌੜ ਗਏ ਹਨ। ਮਰ ਗਏ ਪਲਾਵਤ ਕੋਈ। ਤੇ ਕੁਝ ਜਿਹੜੇ ਸਾਨੂੰ ਛਾਲਾਂ ਮਾਰਦਿਆਂ, ਕਦੇ ਥੱਲੇ ਉਤਰਦਿਆਂ, ਕਦੇ ਤਾਂ ਚੜ੍ਹਦਿਆਂ ਜਾਂ ਭੱਜਦਿਆਂ ਹੀ ਜਿਹੜਾ ਕੋਈ ਥੱਲੇ ਡਿੱਗ ਪਿਆ, ਕਿਸੇ ਦਾ ਪੱਥਰ ਤੇ ਸਿਰ ਵੱਜਾ, ਕਿਸੇ ਦੇ ਉੱਪਰ ਦੀ ਘੋੜਾ ਲੰਘ ਗਿਆ। ਕਹਿਣ ਲੱਗੇ ਕਈ ਭੱਜੇ ਜਾਂਦੇ ਮਰ ਗਏ ਹਨ। ਜਲ ਮੈਂ ਡੂਬੇ ਡਰ ਹੋਏ। ਤੇ ਕਈ ਜਿਹੜੇ ਸਾਨੂੰ ਪਾਣੀ ਵਿੱਚ, ਗਿਰੀ ਨਦੀ ਦਾ ਪਾਣੀ ਡੂੰਘਾ ਸੀ ਔਰ ਤੇਜ਼ ਚੱਲਦਾ ਪਿਆ ਸੀ, ਜਿਨ੍ਹਾਂ ਨੂੰ ਨਹੀਂ ਤਰਨਾ ਆਉਂਦਾ ਉਹ ਪਾਣੀ ਵਿੱਚ ਡੁੱਬ ਕੇ ਮਰੇ ਹਨ। ਪਹੁੰਚੀ ਤਨੋ ਸੁਧ ਧਾਮ। ਕਹਿਣ ਲੱਗੇ ਵੀ ਇਹਨਾਂ ਦੇ ਘਰਾਂ ਵਿੱਚ ਖਬਰਾਂ ਪਹੁੰਚ ਗਈਆਂ, ਜਿਹੜੇ ਦੂਤ ਸਨ ਗੁਪਤਚਰ CID ਵਾਲੇ,
ਜਦੋਂ ਜੰਗ ਆ ਰਿਹਾ ਤੇ ਉਹ ਮਿੰਟੋ ਮਿੰਟੀ ਭੱਜ ਪਏ, ਜਾ ਕੇ ਖਬਰਾਂ ਪਹੁੰਚਾ ਦਿੱਤੀਆਂ ਸਾਰਿਆਂ ਰਾਜਿਆਂ ਨੂੰ ਵੀ ਆਪਾਂ ਜੰਗ ਮਹਾਰਾਜ ਤੋਂ ਹਾਰ ਗਏ ਹਾਂ। ਗੁਰ ਪਾਏ ਕੈ ਸੰਗਰਾਮ, ਸਤਿਗੁਰਾਂ ਦੇ ਨਾਲ ਜੰਗ ਪਾ ਕੇ ਆਪਾਂ ਕੋਈ ਬਹੁਤਾ ਚੰਗਾ ਨਹੀਂ ਕੀਤਾ, ਜੰਗ ਵਿੱਚ ਹਾਰੇ ਹਾਂ। ਸਰ ਮਾਰ ਕੈ ਹੱਥ ਪ੍ਰਾਨ, ਤੇ ਸਤਿਗੁਰਾਂ ਨੇ ਇਹੋ ਜਿਹਾ ਤੀਰ ਚਲਾਏ ਨੇ ਜੰਗ ਦੇ ਵਿੱਚ ਵੀ ਤੀਰ ਮਹਾਰਾਜ ਦੇ ਬਸ ਜਾਨ ਹੀ ਮੰਗਦੇ ਸਨ, ਹੋਰ ਕੁਝ ਨਹੀਂ। ਕਈਆਂ ਦੇ ਵਿੱਚੋਂ ਦੀ ਮਹਾਰਾਜ ਨੇ ਆਪਣੇ ਤੀਰ ਪਾਰ ਕੀਤੇ ਹਨ। ਪ੍ਰਣ ਖੇਤ ਰੱਖ ਨਿਦਾਨ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਜੰਗ ਦਾ ਮੈਦਾਨ ਅੰਤ ਨੂੰ ਰੱਖ ਲਿਆ, ਭਾਵ ਕਿ ਜੰਗ ਜਿੱਤ ਲਿਆ ਹੈ। ਜੰਗ ਦਾ ਮੈਦਾਨ ਮਹਾਰਾਜ ਕੋਲ ਰਹਿ ਗਿਆ ਹੈ, ਸਾਨੂੰ ਉਹ ਮੈਦਾਨ ਛੱਡ ਕੇ ਭੱਜਣਾ ਪਿਆ ਹੈ। ਇਸ ਤਰ੍ਹਾਂ ਜਿਹੜੇ ਸੂਹੀਏ ਨੇ ਉਹ ਆਪੋ ਆਪਣੇ ਸ਼ਹਿਰਾਂ ਵਿੱਚ ਜਾ ਕੇ, ਜਿਹੜੇ ਸਿਪਾਹੀ ਮਰ ਗਏ ਨੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਖਬਰਾਂ ਦਿੰਦੇ ਹਨ। ਸੁਨ ਸ਼ੋਕ ਭਾਵ ਵਿਸਥਾਰ, ਤੇ ਕਹਿਣ ਲੱਗੇ ਜਦੋਂ ਪਤਾ ਲੱਗਾ ਨਾ ਵੀ ਜੰਗ ਵੀ ਹਾਰ ਗਿਆ ਔਰ ਮਰ ਵੀ ਗਏ, ਇਹਨਾਂ ਦੇ ਘਰਾਂ ਵਿੱਚ ਬੜਾ ਸ਼ੋਕ ਪੈ ਗਿਆ। ਉਸ ਵੇਲੇ ਰੋਣੇ ਪਿੱਟਣੇ ਸ਼ੁਰੂ ਹੋਏ ਹਨ। ਦ੍ਰਿਗਰੋਧ ਤੀ ਜਲ ਧਾਰ, ਦ੍ਰਿਗਰੋਧ ਤੀ ਜਲ ਧਾਰ, ਇਹਨਾਂ ਦੀਆਂ ਇਸਤਰੀਆਂ ਜਿਹੜੀਆਂ, ਜਿਨ੍ਹਾਂ ਦੇ ਸਿਪਾਹੀ ਮਰ ਗਏ, ਜਿਨ੍ਹਾਂ ਦੇ ਪਤੀ ਮਰ ਗਏ ਜੰਗ ਦੇ ਵਿੱਚ, ਜਦੋਂ ਉਹਨਾਂ ਇਸਤਰੀਆਂ ਨੂੰ ਪਤਾ ਲੱਗਾ ਵੀ ਅਸੀਂ ਤੇ ਵਿਧਵਾ ਹੋ ਗਈਆਂ, ਉਹ ਬਹੁਤ ਜ਼ਿਆਦਾ ਰੋਂਦੀਆਂ, ਆਪਣੀਆਂ ਅੱਖਾਂ ਦੇ ਵਿੱਚੋਂ ਆਂਸੂ ਗੇਰਦੀਆਂ ਹਨ। ਬਹੁ ਪੀਟ ਤੀ ਤਨ ਨਾਰ, ਇਹ ਜਿਹੜੀਆਂ ਇਸਤਰੀਆਂ ਨੇ ਆਪਣੇ ਆਪ ਨੂੰ ਪਿੱਟਦੀਆਂ ਨੇ, ਆਪਣੇ ਸਿਰ ਦੇ ਉੱਪਰ ਹੱਥ ਮਾਰ ਮਾਰ ਕੇ, ਦੁਹੱਥੜ ਮਾਰ ਮਾਰ ਕੇ ਰੋਂਦੀਆਂ ਪਿੱਟਦੀਆਂ ਕਿ ਅਸੀਂ ਵਿਧਵਾ ਹੋ ਗਈਆਂ ਹਾਂ। ਸਿਰ ਬਾਰ ਬ੍ਰਿੰਦ ਉਖਾਰ, ਤੇ ਕਈ ਜਿਹੜੀਆਂ ਨੇ ਰੋਂਦੀਆਂ ਹੋਈਆਂ ਆਪਣੇ ਸਿਰ ਦੇ ਵਾਲ ਪੱਟਦੀਆਂ ਨੇ, ਉਹ ਖੇਡਦੀਆਂ ਨੇ। ਔਰ ਇੱਕ ਤਰ੍ਹਾਂ ਦਾ ਰਿਵਾਜ ਵੀ ਹੈ ਹਿੰਦੂ ਮਤ ਦੇ ਵਿੱਚ ਵੀ ਜਿਹੜੀ ਔਰਤ ਵਿਧਵਾ ਹੋ ਜਾਵੇ ਉਹਦੇ ਵਾਲ ਸਿਰ ਦੇ ਵੱਢ ਦਿੰਦੇ, ਮੁੰਨ ਦਿੰਦੇ। ਇਸ ਤਰ੍ਹਾਂ ਕਹਿਣ ਲੱਗੇ ਜਦੋਂ ਪਤਾ ਲੱਗਾ ਵੀ ਸਾਡੇ ਪਤੀ ਮਰ ਗਿਆ ਜੰਗ ਦੇ ਵਿੱਚ, ਕੁਝ ਆਪਣੇ ਸਿਰ ਦੇ ਵਾਲ ਪੱਟਦੀਆਂ ਤੇ ਕਿਸੇ ਦਾ ਸਿਰ ਮੁੰਨਿਆ ਗਿਆ ਹੈ। ਗਿਰਦੇਸ਼ ਬਾਇਸ ਧਾਰ, ਕਹਿਣ ਲੱਗੇ ਵੀ ਇਹ ਪਹਾੜੀ ਰਾਜਿਆਂ ਦੇ 22 ਰਾਜ ਨੇ, ਪਹਾੜਾਂ ਦੇ ਵਿੱਚ 22 ਰਿਆਸਤਾਂ ਜਿੱਥੋਂ ਜਿੱਥੋਂ ਦੇ ਰਾਜੇ ਹਨ। ਰੁਦਨੰਤ ਕੂਕਨ ਮਾਰ, ਤੇ ਕਹਿਣ ਲੱਗੇ ਉੱਥੇ ਉੱਥੇ ਸਾਰਿਆਂ ਥਾਵਾਂ ਤੇ ਇਸਤਰੀਆਂ ਰੋਂਦੀਆਂ, ਕੂਕਾਂ ਮਾਰ ਕੇ, ਚੀਕਾਂ ਮਾਰ ਕੇ, ਵੈਣ ਪਾ ਕੇ, ਦੁਹੱਥੜ ਮਾਰ ਮਾਰ ਕੇ ਰੋਂਦੀਆਂ ਪਿੱਟਦੀਆਂ ਆਪਣੇ ਸਿਰ ਦੇ ਸਾਈਆਂ ਨੂੰ। ਐਸਾ ਕਹਿੰਦੇ ਪਹਾੜਾਂ ਵਿੱਚ ਚੀਕ ਝਿਹਾੜਾ ਪੈ ਗਿਆ ਹੈ। ਸਭ ਧਾਮ ਧਾਮਨ ਮਾਹੇ, ਹਰੇ ਘਰ ਦੇ ਵਿੱਚ ਬੜੇ ਜ਼ਿਆਦੇ ਸਿਪਾਹੀ ਮਰੇ ਪਹਾੜੀਆਂ ਦੇ ਇਸ ਜੰਗ ਦੇ ਵਿੱਚ। ਹਰੇ ਘਰ ਦੇ ਵਿੱਚ ਰੋਣਾ ਜਿਹੜਾ ਸ਼ੁਰੂ ਹੋਇਆ ਤੇ ਹੈ। ਬ੍ਰਿੰਦ ਹੋਏ ਬਿਲ ਪਾਹੇ, ਬਹੁਤ ਜ਼ਿਆਦੀਆਂ ਇਸਤਰੀਆਂ ਆਪੋ ਆਪਣੇ ਘਰਾਂ ਵਿੱਚ ਬੈਠੀਆਂ, ਕੋਈ ਆਪਣੇ ਪਤੀ ਨੂੰ ਰੋਂਦੀ ਹੈ, ਕਿਸੇ ਦਾ ਭਰਾ ਮਰਿਆ, ਕਿਸੇ ਦਾ ਪੁੱਤਰ ਮਰਿਆ, ਕਿਸੇ ਦਾ ਪਤੀ ਮਰਿਆ ਹੈ। ਜਿਵੇਂ ਜਿਵੇਂ ਖਬਰ ਪਹੁੰਚਦੀ ਹੈ ਕਿ ਤੁਹਾਡੇ ਰਿਸ਼ਤੇਦਾਰ ਜੰਗ ਵਿੱਚ ਮਾਰੇ ਗਏ, ਉਵੇਂ ਉਵੇਂ ਇਸਤਰੀਆਂ ਆਪੋ ਆਪਣੇ ਰਿਸ਼ਤੇਦਾਰਾਂ ਨੂੰ ਯਾਦ ਕਰਕੇ ਰੋਂਦੀਆਂ ਹਨ। ਇਮ ਸ਼੍ਰੀ ਗੁਰੂ ਰਣਜੀਤ, ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਭਾਈ ਇਹ ਜਿਹੜਾ ਜੰਗ ਹੈ ਨਾ, ਇਸ ਨੂੰ ਜਿੱਤ ਲਿਆ ਹੈ। ਬਜ ਦੁੰਦ ਵੈ ਰਣਜੀਤ, ਤੇ ਮਹਾਰਾਜ ਦਾ ਜਿਹੜਾ ਨਗਾਰਾ ਰਣਜੀਤ, ਮਹਾਰਾਜ ਕਹਿੰਦੇ ਸਿੱਖਾਂ ਨੂੰ ਵਜਾਓ ਨਗਾਰਾ ਹੁਣ ਜ਼ੋਰ ਦੇ ਨਾਲ, ਪਤਾ ਲੱਗੇ ਦੁਸ਼ਮਣਾਂ ਨੂੰ ਵੀ ਜੰਗ ਵਿੱਚ ਫਤਿਹ ਹੋਈ ਹੈ। ਜੁਗ ਭਰਾਤ ਲੋਥੇ ਉਠਾਏ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਜਿਹੜੇ 2 ਭਰਾ ਨਾ ਇਸ ਜੰਗ ਵਿੱਚ ਸ਼ਹੀਦ ਹੋਏ ਸਨ, ਇੱਕ ਦਾ ਨਾਮ ਹੈ ਭਾਈ ਸੰਗੋ ਸ਼ਾਹ, ਇੱਕ ਦਾ ਨਾਮ ਹੈ ਭਾਈ ਜੀਤ ਮੱਲ। ਇਹ ਮਹਾਰਾਜ ਦੇ ਭੂਆ ਜੀ ਦੇ ਪੁੱਤਰ ਸਨ, ਭਰਾ ਲੱਗਦੇ ਸਨ। ਇਹਨਾਂ ਦੋਵਾਂ ਦੇ ਸਰੀਰ ਜਿਹੜੇ ਨੇ ਉਸ ਵੇਲੇ ਚੁੱਕੇ ਗਏ ਜੰਗ ਮੈਦਾਨ ਦੇ ਵਿੱਚੋਂ। ਪੁਰ ਪਾਵਟੇ ਪਹੁੰਚਾਏ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਪੌਂਟਾ ਸਾਹਿਬ ਲੈ ਚੱਲੋ, ਸਾਡੇ ਦੋਨਾਂ ਭਰਾਵਾਂ ਦੇ ਸਰੀਰ ਨੂੰ ਪੌਂਟਾ ਸਾਹਿਬ ਦੀ ਧਰਤੀ ਤੇ ਲਿਜਾਣਾ ਕਰੋ। ਸੰਸਕਾਰ ਕੀਨ ਤੇ ਬਣਾਏ, ਮਹਾਰਾਜ ਜੀਆਂ ਨੇ ਇੱਥੇ ਫਿਰ ਗੁਰਮੁਖੋ ਆਪ ਆਪਣੇ ਇਹਨਾਂ ਭਰਾਵਾਂ ਦਾ ਸੰਸਕਾਰ ਕਰਵਾਇਆ ਹੈ। ਸੁਰਲੋਕ ਬਾਸਾ ਪਾਏ, ਹੁਣ ਸਤਿਗੁਰਾਂ ਦੇ ਹਿੱਤ ਇਹਨਾਂ ਨੇ ਕੁਰਬਾਨੀ ਕੀਤੀ ਹੈ, ਇਸ ਕਰਕੇ ਸੱਚਖੰਡ ਦੀ ਪ੍ਰਾਪਤੀ ਵਾਲੇ ਬਣੇ ਹਨ। ਪਟ ਘਾਏ ਲਹੂ ਰਣ ਥਾਨ, ਤੇ ਕਹਿਣ ਲੱਗੇ ਜਿਹੜੇ ਸੂਰਮੇ ਜੰਗ ਮੈਦਾਨ ਦੇ ਵਿੱਚ ਘਾਇਲ ਹੋਏ ਸਨ, ਜ਼ਖਮੀ ਹੋਏ ਸਨ, ਚੁਬਾਏ ਕੈ ਪੁਰ ਆਨ, ਤੇ ਸਤਿਗੁਰਾਂ ਨੇ ਉਹਨਾਂ ਨੂੰ ਵੀ ਚੁਕਵਾਇਆ। ਕਹਿਣ ਲੱਗੇ ਜਿਹੜੇ ਸਾਡੇ ਜ਼ਖਮੀ ਹੋਏ ਨੇ ਇਹਨਾਂ ਨੂੰ ਵੀ ਚੁੱਕੋ, ਇਹਨਾਂ ਦਾ ਦਵਾਈ ਬੂਟੀ ਕਰੀਏ, ਇਲਾਜ ਕਰੀਏ। ਵੈਦ ਬੁਲਾਏ ਗਏ, ਦਵਾਈ ਦੇਣ ਵਾਲੇ ਹਕੀਮ ਬੁਲਾਏ ਗਏ, ਜ਼ਖਮੀਆਂ ਨੂੰ ਵੀ ਜੰਗ ਵਿੱਚੋਂ ਚੁੱਕਿਆ ਹੈ। ਹੜ ਬੋਲ ਤੇ ਜਿਸ ਠੌਰ, ਕਹਿਣ ਲੱਗੇ ਗੁਰਮੁਖੋ ਜਿਸ ਥਾਂ ਦੇ ਉੱਪਰ ਮਸਾਨ ਵੀ ਹੜ ਹੜ ਕਰਕੇ ਬੋਲਦੇ ਸੁਣਾਈ ਦਿੰਦੇ ਨੇ, ਐਸਾ ਸੂਰਮਿਆਂ ਨੇ ਜੰਗ ਜਿਹੜਾ ਉਹ ਜਿੱਤਣਾ ਕੀਤਾ ਹੈ। ਮਿਲ ਪਾਏ ਜੰਬੁ ਕਰੌਰ, ਤੇ ਕਹਿਣ ਲੱਗੇ ਵੀ ਹੁਣ ਜੰਗ ਦਾ ਮੈਦਾਨ ਗੁਰਮੁਖੋ ਖਾਲੀ ਹੋ ਗਿਆ। ਪਹਾੜੀਆਂ ਨੇ ਤੇ ਆਪਣੇ ਸਰੀਰ ਚੁੱਕੇ ਨਹੀਂ, ਉਹ ਤੇ ਭੱਜ ਗਏ। ਤੇ ਮਹਾਰਾਜ ਵੀ ਜੰਗ ਵਿੱਚੋਂ ਪਿੱਛੇ ਹਟ ਆਏ।
ਜੰਗ ਦਾ ਮੈਦਾਨ ਖਾਲੀ ਹੈ, ਸਰੀਰ ਪਏ ਹੋਏ, ਉੱਥੇ ਬਹੁਤ ਜ਼ਿਆਦਾ ਗਿੱਦੜ ਜੰਗ ਮੈਦਾਨ ਵਿੱਚ ਤੁਰੇ ਫਿਰਦੇ ਹਨ। ਪੁਨ ਭੀਖ ਨਾ ਹੋਏ ਸਾਂਝ, ਤੇ ਕਹਿਣ ਲੱਗੇ ਵੀ ਇਹ ਸਾਂਝ ਵੇਲਾ ਹੋ ਗਿਆ, ਜੰਗ ਲੜਦਿਆਂ ਫਤਿਹ ਕਰਦਿਆਂ ਇਹਨਾਂ ਨੂੰ ਭੱਜਦਿਆਂ ਭਜਾਉਂਦਿਆਂ ਇਸ ਵੇਲੇ ਸ਼ਾਮ ਪੈ ਗਈ ਹੈ, ਸੂਰਜ ਅਸਤ ਹੁੰਦਾ ਜਾ ਰਿਹਾ ਹੈ। ਪਰ ਇਹ ਅੱਜ ਦੀ ਜਿਹੜੀ ਸ਼ਾਮ ਹੈ ਨਾ ਗੁਰਮੁਖੋ, ਇਹ ਭੰਗਾਣੀ ਵਾਸਤੇ ਬੜੀ ਭਿਆਨਕ ਹੈ। ਬਹੁ ਲੋਥ ਹੈਰਣ ਮਾਂਝ, ਕਿਉਂਕਿ ਰਣ ਮੈਦਾਨ ਦੇ ਵਿੱਚ ਬੜੀਆਂ ਲਾਸ਼ਾਂ ਹਾਲੇ ਵੀ ਪਈਆਂ ਹੋਈਆਂ, ਫਟੜ ਹੋਏ ਸਰੀਰ, ਮੁਰਦਾ ਸਰੀਰ, ਵੱਡੇ ਕੱਟੇ ਸਰੀਰ ਜੰਗ ਦੇ ਵਿੱਚ ਅੱਜ ਵੀ ਖਿਲਰੇ ਹੋਏ ਹਨ। ਤਰਫੰਤ ਘਾਇਲ ਤੇ ਕੋਏ, ਕਈ ਜਿਹੜੇ ਨੇ ਵਿਚਾਰੇ ਤੜਫਦੇ ਪਏ, ਪਰ ਹੁਣ ਹਨੇਰਾ ਹੋ ਗਿਆ। ਬਾਕੀ ਤੇ ਜਿਹੜੇ ਸਿਪਾਹੀ ਸਨ ਪਹਾੜੀਏ ਭੱਜ ਗਏ, ਉਹਨਾਂ ਪਹਾੜੀਆਂ ਦੇ ਜਿਹੜੇ ਜ਼ਖਮੀ ਸਾਥੀ ਸਨ ਉਹ ਜੰਗ ਦੇ ਵਿੱਚ ਅਜੇ ਵੀ ਤੜਫਦੇ ਪਏ ਹਨ। ਰਿਪ ਭਾਜ ਗਏ ਡਰ ਸੋਏ, ਕਿਉਂਕਿ ਉਹਨਾਂ ਦੇ ਨਾਲ ਦੇ ਜਿਹੜੇ ਸਨ ਉਹ ਭੱਜ ਗਏ, ਉਹਨਾਂ ਨੇ ਆਪਣੇ ਆਪ ਦੀ ਮਸਾਂ ਸੰਭਾਲ ਕੀਤੀ ਹੈ। ਬਚਨ ਆਪਾਂ ਸਰਵਣ ਕੀਤਾ ਵੀ ਉਹ ਇੰਨਾ ਡਰ ਗਿਆ ਵੀ ਉਹਨਾਂ ਨੇ ਨਦੀ ਵਿੱਚ ਹੀ ਛਾਲਾਂ ਮਾਰ ਦਿੱਤੀਆਂ, ਪਤਾ ਨਹੀਂ ਡੁੱਬਣਾ ਹੈ ਕਿ ਨਿਕਲਣਾ ਹੈ ਤੇ ਪਤਾ ਨਹੀਂ। ਨਦੀ ਕਿੰਨੀ ਕੁ ਡੂੰਘੀ ਹੈ, ਥੱਲੇ ਪੱਥਰ ਹੈ ਕਿ ਕੱਚਾ ਥਾਂ ਹੈ, ਨਹੀਂ ਪਰਵਾਹ ਕੀਤੀ, ਕੋਈ ਨਹੀਂ, ਜਾਨ ਤੇ ਬਚੇਗੀ ਨਾ, ਛਾਲਾਂ ਮਾਰ ਕੇ ਭੱਜ ਗਏ। ਜਿਨ੍ਹਾਂ ਨੂੰ ਇਹ ਪਰਵਾਹ ਨਹੀਂ ਹੈ ਵੀ ਨਦੀ ਵਿੱਚ ਰੁੜਾਂਗੇ ਜਾਂ ਬਚਾਂਗੇ, ਉਹਨਾਂ ਨੇ ਚੁੱਕਣਾ ਕਿਹਨੂੰ ਹੈ, ਆਪਣਿਆਂ ਨੂੰ ਛੱਡ ਕੇ ਦੌੜੇ ਹਨ। ਉਚਵਾਏ ਕਾਹੂ ਨਾ ਲੀਨ, ਕਹਿਣ ਲੱਗੇ ਵੀ ਕਿਸੇ ਨੇ ਵੀ ਆਪਣੇ ਨਾਲ ਦੇ ਨੂੰ ਚੁੱਕਿਆ ਨਹੀਂ ਵੀ ਚਲੋ ਮੈਂ ਇਹਨੂੰ ਜ਼ਖਮੀ ਨੂੰ ਨਾਲ ਲੈ ਜਾਣਾ ਤਹ ਕਰਾਂ। ਤਰਾਸ ਤੇ ਬਨ ਦੀਨ, ਕਹਿਣ ਲੱਗੇ ਬੜਾ ਜ਼ਿਆਦਾ ਡਰ ਹੈ ਤੇ ਡਰ ਦੇ ਨਾਲ ਬੜੇ ਗਰੀਬ ਹੋਏ ਹਨ। ਦੁੱਖ ਪਾਏ ਭੇ ਅੰਮ੍ਰਿਤ ਸੋਏ, ਕਿਉਂਕਿ ਮੌਤ ਦਾ ਡਰ ਹੈ ਗੁਰਮੁਖੋ, ਜਦੋਂ ਮੌਤ ਦਾ ਡਰ ਪਵੇ ਨਾ ਤੇ ਫਿਰ ਆਪਣੇ ਤੇ ਬਗਾਨੇ ਦੀ ਸੋਝੀ ਨਹੀਂ ਰਹਿੰਦੀ ਹੈ, ਸਾਂਭ ਨਹੀਂ ਰਹਿੰਦੀ ਹੈ। ਮੌਤ ਦੇ ਡਰ ਨੇ ਇਹੋ ਜਿਹਾ ਡਰਾਇਆ ਵੀ ਇਹ ਦੌੜ ਗਏ ਹਨ। ਜਿਨ ਕੋ ਉਠਾਏ ਨਾ ਕੋਏ, ਇਹਨਾਂ ਨੂੰ ਹੁਣ ਕੋਈ ਉਠਾ ਨਹੀਂ ਸਕਦਾ, ਜੰਗ ਮੈਦਾਨ ਦੇ ਵਿੱਚੋਂ ਕੌਣ ਉਠਾ ਲਵੇ ਇਹਨਾਂ ਨੂੰ, ਨਹੀਂ ਕੋਈ ਉਠਾ ਸਕਦਾ। ਡਰ ਹੀ ਇਹਨਾਂ ਕਿ ਡਰ ਦੇ ਨਾਲ ਇਹ ਭੱਜ ਗਏ ਹਨ। ਤਬ ਸ਼੍ਰੀ ਗੁਰੂ ਹਟ ਆਏ, ਸਤਿਗੁਰੂ ਪਾਤਸ਼ਾਹ ਵੀ ਜੰਗ ਦੇ ਵਿੱਚੋਂ ਪਿੱਛੇ ਮੁੜ ਆਏ ਹਨ। ਜੈ ਲਹਿ ਮਹਾ ਅਰਕਾਏ, ਸਤਿਗੁਰੂ ਜੀਆਂ ਨੇ ਇੱਥੇ ਜੈ ਪ੍ਰਾਪਤ ਕੀਤੀ ਹੈ, ਜਿੱਤ ਹੋਈ ਮਹਾਰਾਜ ਜੀਆਂ ਦੀ ਦੁਸ਼ਮਣਾਂ ਨੂੰ ਨਾਸ ਕੀਤਾ ਹੈ। ਜਿਨ ਕੋ ਸੁਨਾਏ ਵਖਾਨ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਇਸ ਤਰ੍ਹਾਂ ਬੋਲ ਕੇ ਨਾ ਬਚਨ, ਤੇ ਉਸ ਵੇਲੇ ਸੁਣਾਉਂਦੇ ਹਨ ਮਹਾਰਾਜ ਆਪ ਜੀ ਦੀ ਜੈ ਹੋਈ ਹੈ। ਹਰਖਾਏ ਵੀਰ ਮਹਾਨ, ਮਹਾਰਾਜ ਦੇ ਸੂਰਮੇ ਗੁਰਮੁਖੋ ਬੜੇ ਖੁਸ਼। ਮਹਾਰਾਜ ਦੇ ਸਿੱਖਾਂ ਦਾ ਪਹਿਲਾ ਜੰਗ ਹੈ। ਧੰਨ 10ਵੇਂ ਪਾਤਸ਼ਾਹ ਮਹਾਰਾਜ ਦੇ ਇਸ ਸਰੀਰ ਦਾ, ਜਿਸ ਸਰੀਰ ਵਿੱਚ ਇਹਨਾਂ ਨੇ 10ਵਾਂ ਅਵਤਾਰ ਲਿਆ, ਉਹਦਾ ਪਹਿਲਾ ਜੰਗ ਹੈ। ਪਹਿਲੇ ਜੰਗ ਵਿੱਚ ਜਿੱਤ ਦੀ ਬੜੀ ਖੁਸ਼ੀ ਹੈ। ਰਣਬਾਤ ਭਾਖਤ ਬ੍ਰਿੰਦ, ਕਹਿਣ ਲੱਗੇ ਵੀ ਹੁਣ ਜੰਗ ਦੀਆਂ ਗੱਲਾਂ ਕਰਦੇ ਸੂਰਮੇ, ਉਹ ਇੱਕ ਦੂਜੇ ਨੂੰ ਪੁੱਛਦੇ ਤੂੰ ਕਿਵੇਂ ਲੜਿਆ, ਉਹ ਕਹਿੰਦਾ ਮੈਂ ਇਸ ਤਰ੍ਹਾਂ ਲੜਿਆ, ਦੂਜਾ ਦੱਸਦਾ ਮੈਂ ਇਸ ਤਰ੍ਹਾਂ ਲੜਿਆ। ਇੱਕ ਦੂਜੇ ਨੂੰ ਪੁੱਛਦੇ ਨੇ ਤੂੰ ਕਿੰਨੇ ਵੈਰੀਆਂ ਨੂੰ ਮਾਰਿਆ, ਉਹ ਕਹਿੰਦਾ 5 ਨੂੰ ਮਾਰਿਆ। ਫਿਰ ਦੂਜੇ ਨੂੰ ਪੁੱਛਦੇ, ਉਹ ਕਹਿੰਦਾ ਮੈਂ 10 ਨੂੰ ਮਾਰਿਆ। 2-4 ਗਿਣਤੀ ਵਧਾ ਕੇ ਹੀ ਦੱਸਦੇ, ਉੱਥੇ ਕਿਹੜਾ ਗਿਣੇ ਕਿਸੇ ਨੇ, ਭਾਵੇਂ ਇੱਕ ਨੂੰ ਹੀ ਮਾਰਿਆ ਹੋਵੇ, ਪਰ ਦੱਸਦਾ ਆਪਣੀ ਉਹ ਬਹਾਦਰੀ ਹੈ ਵੀ ਮੈਂ ਇੰਨੇ ਮਾਰ ਕੇ ਆਇਆ। ਇੱਕ ਦੂਜੇ ਨੂੰ ਜੰਗ ਦੀਆਂ ਗੱਲਾਂ ਦੱਸਦੇ ਹਨ। ਗਿਰਨਾਥ ਤਰਾਸ ਬਲਿੰਦ, ਇਹਨਾਂ ਪਹਾੜੀ ਰਾਜਿਆਂ ਦੇ ਅੰਦਰ ਗੁਰਮੁਖੋ ਬੜੇ ਤਰਾਸ ਡਰ ਪੈਦਾ ਹੋ ਗਏ। ਚਲ ਮੰਦ ਮੰਦਹਿ ਆਏ, ਸਤਿਗੁਰੂ ਜੀ ਹੌਲੀ ਹੌਲੀ ਆਰਾਮ ਨਾਲ ਜੰਗ ਮੈਦਾਨ ਵਿੱਚੋਂ ਚੱਲ ਕੇ ਆਏ ਹਨ। ਮਿਲ ਪੁੰਜ ਦੇਤ ਵਧਾਏ, ਸੰਗਤਾਂ ਵਧਾਈ ਦਿੰਦੀਆਂ, ਮਹਾਰਾਜ ਵਧਾਈ ਹੋਵੇ, ਆਪ ਜੀ ਵਧੋ, ਆਪ ਜੀ ਦੀ ਜਿੱਤ ਹੋਈ ਹੈ। ਨਿਸਬੀਤ ਗੀ ਘਟ ਚਾਰ, ਇਸ ਤਰ੍ਹਾਂ 4 ਘੜੀਆਂ ਗੁਰਮੁਖੋ ਦਿਨ ਬਤੀਤ ਹੋਇਆ ਹੈ। ਉਤਰੇ ਗੁਰੂ ਨਿਜ ਦਵਾਰ, ਸਤਿਗੁਰੂ ਜੀ ਆਪਣੇ ਘਰ ਵਿੱਚ ਆ ਕੇ ਉਤਰੇ ਹਨ। ਸਭ ਸ਼ਸਤਰ ਬਸਤਰ ਉਤਾਰ, ਮਹਾਰਾਜ ਜੀਆਂ ਨੇ ਸ਼ਸਤਰ ਬਸਤਰ ਜੰਗ ਦੇ ਉਤਾਰ ਦਿੱਤੇ। ਇਸ਼ਨਾਨ ਆਦਿਕ ਧਾਰ, ਆਪਣਾ ਇਸ਼ਨਾਨ ਮਹਾਰਾਜ ਨੇ ਕੀਤਾ। ਗੁਰਮੁਖੋ ਜਿੱਥੇ ਭੰਗਾਣੀ ਦਾ ਜੰਗ ਲੜਿਆ ਨਾ ਮਹਾਰਾਜ ਸਾਹਿਬ ਦੀਆਂ ਨੇ, ਭਾਈ ਸੰਤੋਖ ਸਿੰਘ ਜੀ ਕਹਿੰਦੇ ਜਦੋਂ ਮੈਂ ਇਹ ਕਥਾ ਲਿਖੀ ਨਾ, ਉਦੋਂ ਤੱਕ ਇਸ ਭੰਗਾਣੀ ਵਾਲੇ ਸਥਾਨ ਤੇ ਕੇਵਲ ਇੱਕ ਥੜਾ ਬਣਿਆ ਸੀ, ਅੱਜ ਤੇ ਗੁਰਦੁਆਰਾ ਸਾਹਿਬ ਬਣ ਗਿਆ। ਆਪ ਸੰਗਤਾਂ ਨੇ ਦਰਸ਼ਨ ਕੀਤੇ ਹੋਣਗੇ। ਪਰ ਜਦੋਂ ਇਹ ਕਥਾ ਲਿਖੀ ਗਈ ਸੀ ਉਸ ਵੇਲੇ ਕਹਿੰਦੇ ਥੜਾ ਹੀ ਬਣਿਆ, ਔਰ ਮੈਨੂੰ ਬੜਾ ਅਫਸੋਸ ਹੋਇਆ ਵੇਖ ਕੇ ਵੀ ਸਾਡੇ ਗੁਰੂ ਨੇ ਪਹਿਲਾ ਐਡਾ ਵੱਡਾ ਜੰਗ ਕੀਤਾ ਤੇ ਗੁਰੂ ਕੇ ਸਿੱਖ ਉੱਥੇ ਯਾਦਗਾਰ ਨਹੀਂ ਬਣਾ ਸਕੇ। ਇਸ ਗੱਲ ਦਾ ਮੈਨੂੰ ਦੁੱਖ ਹੋਇਆ। ਤੇ ਦੂਜਾ ਕਾਰਨ ਇਹ ਸੀ ਵੀ ਜਿਹੜੇ ਨੇੜੇ ਘਰ ਰਹਿੰਦੇ ਸਨ ਹੈ ਸਿੱਖਾਂ ਦੇ ਸਨ, ਪਰ ਉਹ ਸਿੱਖ ਵਿਚਾਰੇ ਬਹੁਤੇ ਗਰੀਬ ਸਨ। ਅੱਜ ਉੱਥੋਂ ਦੇ ਘਰ ਵੀ ਚੰਗੇ ਪੈਸੇ ਵਾਲੇ ਹੋ ਗਏ ਨੇ, ਸੰਗਤਾਂ ਦਾ ਆਉਣਾ ਜਾਣਾ ਵੀ ਹੋ ਗਿਆ, ਗੱਡੀਆਂ ਮੋਟਰਾਂ ਸਾਧਨ ਬਣ ਗਏ, ਸੰਗਤ ਦਾ ਚੜਾਵਾ ਚੜਿਆ, ਮਾਇਆ ਗਈ ਹੈ। ਤੇ ਅੱਜ ਤੇ ਬੜੇ ਆਲੀਸ਼ਾਨ ਬੜੇ ਸੋਹਣੇ ਗੁਰਦੁਆਰੇ ਬਣੇ, ਸੜਕਾਂ ਵੀ ਬਣ ਗਈਆਂ, ਸਿੱਖਾਂ ਦੇ ਘਰ ਵੀ ਚੰਗੇ ਨੇ।
ਪਰ ਜਦੋਂ ਇਹ ਇਤਿਹਾਸ ਲਿਖਿਆ ਗਿਆ ਕਹਿਣ ਲੱਗੇ ਵੀ ਉਦੋਂ ਘਰ ਵੀ ਨੇੜੇ ਨੇੜੇ ਦੇ ਗਰੀਬ ਹੀ ਸਨ, ਹੈ ਸਿੱਖ ਸਨ, ਪਰ ਮਹਾਰਾਜ ਸਾਹਿਬ ਜੀਆਂ ਦੀ ਯਾਦ ਵਿੱਚ ਸਿੱਖ ਗੁਰਦੁਆਰਾ ਨਹੀਂ ਬਣਾ ਸਕੇ। ਥੜਾ ਬਣਿਆ ਹੋਇਆ, ਇਸ ਗੱਲ ਦਾ ਮੈਨੂੰ ਅਫਸੋਸ ਹੈ। ਪਰ ਗੁਰਮੁਖੋ ਅੱਜ ਉੱਥੇ ਚੜ੍ਹਦੀ ਕਲਾ ਹੈ। ਇਹ ਫਿਰ ਜਿਹੜੇ ਪਹਾੜੀਏ ਮਰੇ ਸਨ ਨਾ ਇੱਥੇ ਸਿਪਾਹੀ, ਉਹਨਾਂ ਦੀਆਂ ਘਰ ਵਾਲੀਆਂ ਆ ਗਈਆਂ, ਮਹਾਰਾਜ ਵੀ ਸਾਡੇ ਪਤੀਆਂ ਦੇ ਸਰੀਰ ਸਾਨੂੰ ਦੇ ਦਿਓ, ਅਸੀਂ ਉਹਨਾਂ ਦਾ ਸੰਸਕਾਰ ਕਰਨਾ ਚਾਹੁੰਦੇ। ਤੇ ਗੁਰਮੁਖੋ ਉਹਨਾਂ ਸਮਿਆਂ ਵਿੱਚ ਇੱਕ ਸਤੀ ਦੀ ਪ੍ਰਥਾ ਹੁੰਦੀ ਸੀ ਵੀ ਜੇ ਪਤੀ ਮਰ ਗਿਆ ਤੇ ਪਤਨੀ ਵੀ ਨਾਲ ਹੀ ਮਰ ਜਾਵੇ। ਹੁਣ ਪਤੀ ਮਰਿਆ, ਉਹਨੂੰ ਤੇ ਚਿਖਾ ਤੇ ਲਟਾਇਆ, ਮਰੇ ਦਾ ਤੇ ਸੰਸਕਾਰ ਹੋਣਾ, ਉਹਦੀ ਜਨਾਨੀ ਨੂੰ ਜਿਉਂਦੀ ਨੂੰ ਨਾਲ ਸੜਨਾ ਪੈਂਦਾ। ਇਹ ਰਿਵਾਜ ਸੀ ਉਹਨਾਂ ਵੇਲਿਆਂ ਦਾ, ਸਤੀ ਪ੍ਰਥਾ ਇਹਨੂੰ ਕਿਹਾ ਜਾਂਦਾ। ਔਰ ਉਹਨਾਂ ਦਿਨਾਂ ਵਿੱਚ ਬੜੀ ਇਹ ਭਾਰੀ ਸੀ ਤੇ ਮਹਾਰਾਜ ਨੇ ਕਿਹਾ ਵੀ ਸਰੀਰ ਤੇ ਅਸੀਂ ਦੇ ਦਿਆਂਗੇ, ਪਰ ਤੁਹਾਨੂੰ ਬਚਨ ਕਰਨਾ ਪਵੇਗਾ ਵੀ ਜਿਹੜੀਆਂ ਜਨਾਨੀਆਂ ਇਹਨਾਂ ਦੀਆਂ ਸਿਪਾਹੀਆਂ ਦੀਆਂ ਉਹ ਨਾਲ ਚਿਖਾ ਵਿੱਚ ਨਹੀਂ ਸੜਨਗੀਆਂ। ਜੇ ਤੇ ਸਤੀ ਨਹੀਂ ਹੋਵੋਗੀਆਂ ਤੇ ਇਹ ਸਰੀਰ ਲੈ ਜਾਓ, ਆਪਣੇ ਪਤੀਆਂ ਦੇ, ਭਰਾਵਾਂ ਦੇ, ਪੁੱਤਰਾਂ ਦੇ ਜਾ ਕੇ ਇਹਨਾਂ ਦਾ ਸੰਸਕਾਰ ਕਰ ਲਵੋ। ਪਰ ਜੇ ਤੁਸੀਂ ਨਾਲ ਇਹਨਾਂ ਦੇ ਸਤੀਆਂ ਹੋਣਾ, ਆਪਣੇ ਆਪ ਨੂੰ ਸਾੜਨਾ, ਤੇ ਫਿਰ ਇਹ ਬਚਨ ਠੀਕ ਨਹੀਂ। ਫਿਰ ਇਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਵੀ ਮਹਾਰਾਜ ਵੀ ਅਸੀਂ ਸਤੀਆਂ ਨਹੀਂ ਹੋਵਾਂਗੀਆਂ, ਨਹੀਂ ਸੜਾਂਗੀਆਂ ਅੱਗ ਦੇ ਵਿੱਚ, ਤੁਸੀਂ ਸਾਨੂੰ ਇਹਨਾਂ ਦੇ ਸਰੀਰ ਦੇ ਦਿਓ, ਅਸੀਂ ਆਪਣੇ ਧਰਮ ਦੇ ਮੁਤਾਬਕ ਇਹਨਾਂ ਦਾ ਅੰਤਮ ਕਿਰਿਆ ਕਰ ਲਈਏ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਠੀਕ ਹੈ, ਕਰ ਲਓ ਅੰਤਮ ਕਿਰਿਆ। ਸਰੀਰ ਤੇ ਲੈ ਗਈਆਂ, ਪਰ ਇਹ ਆਪਣੇ ਬਚਨ ਤੇ ਪੂਰੀਆਂ ਨਹੀਂ ਰਹੀਆਂ। ਇਹਨਾਂ ਨੇ ਆਪੋ ਆਪਣੇ ਪਤੀ ਦੀ ਚਿਖਾ ਤਿਆਰ ਕੀਤੀ ਤੇ ਚਿਖਾ ਦੇ ਵਿੱਚ ਇਹ ਔਰਤਾਂ ਜਿਹੜੀਆਂ ਸਨ ਨਾਲ ਸਤੀ ਹੋ ਗਈਆਂ। ਮਹਾਰਾਜ ਨੇ ਰੋਕਿਆ ਸੀ ਵੀ ਇਹ ਕਰਮ ਨਾ ਕਰਿਓ, ਪਰ ਇਹਨਾਂ ਨੇ ਬਚਨ ਨਹੀਂ ਮੰਨਿਆ, ਇਹ ਸਤੀ ਹੋ ਹੀ ਗਈਆਂ ਨਾਲ। ਕਿਉਂਕਿ ਉਸ ਵੇਲੇ ਦਾ ਕੁਝ ਰਿਵਾਜ ਇਹੋ ਜਿਹਾ ਸੀ, ਕੁਝ ਰਿਸ਼ਤੇਦਾਰ ਜ਼ੋਰ ਪਾ ਦਿੰਦੇ ਵੀ ਨਹੀਂ ਨਹੀਂ ਇਹ ਪ੍ਰਥਾ ਤੇ ਮੰਨਣੀ ਪਵੇਗੀ, ਐਂ ਹੋ ਜਾਏਗਾ, ਇੱਦਾਂ ਹੋ ਜਾਏਗਾ, ਕਈ ਕੁਝ ਹੋ ਜਾਂਦਾ। ਕਈ ਗੱਲਾਂ ਜਿਹੜੀਆਂ ਮਜਬੂਰੀ ਵਸ ਫਿਰ ਉੱਥੇ ਹੋ ਜਾਂਦੀਆਂ। ਮਹਾਰਾਜ ਨੇ ਰੋਕਿਆ, ਪਰ ਇਹ ਸਤੀ ਹੋਈਆਂ। ਇਹਨਾਂ ਦੇ ਮੱਠ, ਇਹ ਜਿਹੜੀਆਂ ਬੀਬੀਆਂ ਨਾਲ ਸੜੀਆਂ ਸਨ ਜਾਂ ਜਿਹੜੇ ਇਹਨਾਂ ਦੇ ਪਤੀ ਜੰਗ ਵਿੱਚ ਸ਼ਹੀਦ ਹੋਏ, ਮਰੇ, ਉਹ ਜਿਹੜੇ ਸਾੜੇ ਗਏ, ਸੰਸਕਾਰੇ ਗਏ, ਇਹਨਾਂ ਦੇ ਮੱਠ ਵਗੈਰਾ ਉੱਥੇ ਹਜੇ ਵੀ ਥੱਲੇ ਇੱਕ ਥਾਂ 'ਤੇ ਨਿਵਾਨ ਜੀ ਨੂੰ ਬਣੇ ਹੋਏ ਨੇ। ਜਦੋਂ ਆਪ ਸੰਗਤਾਂ ਕਿਤੇ ਦਰਸ਼ਨ ਕਰਨ ਜਾਂਦੇ ਹੋ ਭੰਗਾਣੀ ਸਾਹਿਬ ਦੇ ਗੁਰੂ ਘਰ ਦੇ, ਤੇ ਉਦੋਂ ਆਪ ਇਹ ਇਤਿਹਾਸਕ ਸਥਾਨ ਨੂੰ ਵੇਖ ਸਕਦੇ ਹੋ। ਔਰ ਜਿਵੇਂ ਉਹ ਇਸਤਰੀਆਂ ਸਤੀ ਹੋਈਆਂ, ਉਹ ਵੀ ਜਗ੍ਹਾ ਜਿਹੜੀ ਉਹ ਵੇਖੀ ਜਾ ਸਕਦੀ ਹੈ। ਸੋ ਇਸ ਤਰ੍ਹਾਂ ਇਹ 10ਵੇਂ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਦਾ ਗੁਰਮੁਖੋ ਇਹ ਪਹਿਲਾ ਜੰਗ ਲੜਿਆ। ਜੰਗ ਦੇ ਵਿੱਚ ਜਿੱਤ ਹੋਈ ਹੈ। ਜਿਹੜੀ ਆਪਾਂ ਫਤਿਹ ਬੁਲਾਉਂਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹ ਗੁਰਮੁਖੋ ਫਤਿਹ ਵੀ ਮਹਾਰਾਜ ਨੇ ਇਸੇ ਜੰਗ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ। ਸਾਨੂੰ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਜ਼ਰੂਰ। ਮਹਾਰਾਜ ਦਿਆਂ ਸਿੱਖਾਂ ਨੇ ਆ ਕੇ ਦੱਸਿਆ, ਕਹਿਣ ਲੱਗੇ ਮਹਾਰਾਜ ਤੁਸੀਂ ਜਿੱਤ ਗਏ ਜੰਗ ਦੇ ਵਿੱਚ। ਬੜੇ ਸਿੱਖ ਖੁਸ਼ ਨੇ, ਮਹਾਰਾਜ ਜੰਗ ਵਿੱਚ ਤੁਸੀਂ ਜਿੱਤ ਗਏ ਹੋ। ਜਦੋਂ ਸਿੱਖਾਂ ਨੇ ਆ ਕੇ ਦੱਸਿਆ ਤੇ ਮਹਾਰਾਜ ਕਹਿਣ ਲੱਗੇ ਨਹੀਂ ਖਾਲਸਾ ਜੀ, ਜਿੱਤ ਸਾਡੀ ਨਹੀਂ, ਜਿੱਤ ਤੁਹਾਡੀ ਹੈ। ਉੱਥੇ ਫਿਰ ਬਚਨ ਬਖਸ਼ਿਸ਼ ਕੀਤੇ, ਕਹਿਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ। ਇਹ ਜਿਹੜਾ ਖਾਲਸਾ ਹੈ ਨਾ, ਇਹ ਸ਼ਬਦ ਉੱਥੇ ਮਹਾਰਾਜ ਨੇ ਬਖਸ਼ਿਆ। ਕਹਿਣ ਲੱਗੇ ਜਿੰਨੀ ਸਾਡੀ ਫੌਜ ਹੈ, ਸਾਡੇ ਸਿੱਖ ਨੇ, ਇਹ ਸਾਡਾ ਖਾਲਸਾ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਖਾਲਸਾ ਜੀ ਤੁਹਾਡੀ ਫਤਿਹ ਹੋਈ ਹੈ, ਸਾਡੀ ਨਹੀਂ ਹੋਈ ਹੈ। ਇਹ ਜਿਹੜੀ ਆਪਾਂ ਫਤਿਹ ਬੁਲਾਉਂਦੇ ਹਾਂ, ਅੰਮ੍ਰਿਤ ਛਕਣ ਵੇਲੇ ਫਤਿਹ ਬੁਲਾਈ ਜਾਂਦੀ ਹੈ, ਦੀਵਾਨ ਦੀ ਸਮਾਪਤੀ 'ਤੇ ਬੁਲਾਈ ਜਾਂਦੀ ਹੈ, ਸਿੱਖ ਨੂੰ ਸਿੱਖ ਮਿਲਦਾ ਉਸ ਵੇਲੇ ਫਤਿਹ ਸਾਂਝੀ ਕਰਦੇ ਹਾਂ। ਇਹ ਫਤਿਹ ਦੀ ਦਾਤ ਇਸੇ ਜੰਗ ਵਿੱਚੋਂ ਨਿਕਲੀ ਹੈ। ਇਹਦੇ ਤੋਂ ਪਹਿਲਾਂ ਇਹ ਫਤਿਹ ਦਾ ਨਾਅਰਾ ਜਿਹੜਾ ਉਸ ਵੇਲੇ ਸਿੱਖਾਂ ਦੇ ਵਿੱਚ ਨਹੀਂ ਸੀ। ਉਸ ਤੋਂ ਬਾਅਦ ਵਿੱਚ ਫਿਰ ਫਤਿਹ ਪ੍ਰਚਲਿਤ ਹੋਈ ਹੈ। ਇਹਦੇ ਵਿੱਚ 2 ਵਾਰੀ ਮਹਾਰਾਜ ਜੀਆਂ ਨੇ ਵਾਹਿਗੁਰੂ ਮੰਤਰ ਸਾਨੂੰ ਬਖਸ਼ਿਆ। ਔਰ ਵਾਹਿਗੁਰੂ ਮੰਤਰ ਜਿਹੜਾ ਗੁਰਮੁਖੋ, ਇਹ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਮੁਖੋਂ ਨਿਕਲਿਆ। ਵਿਦਵਾਨਾਂ ਦਾ ਕਥਨ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੁਖ ਵਿੱਚੋਂ ਜਿਹੜਾ ਪਹਿਲਾ ਬਚਨ ਨਿਕਲਿਆ ਨਾ ਇਸ ਧਰਤੀ 'ਤੇ ਆ ਕੇ, ਉਹ ਪਹਿਲਾ ਬਚਨ ਸੀ ਮਹਾਰਾਜ ਦੇ ਮੁਖੋਂ ਵਾਹਿਗੁਰੂ। ਉਸੇ ਵਾਹਿਗੁਰੂ ਸ਼ਬਦ ਨੂੰ ਲੈ ਕੇ 10ਵੇਂ ਪਾਤਸ਼ਾਹ ਨੇ ਸਾਨੂੰ ਫਤਿਹ ਵੀ ਬਖਸ਼ਿਸ਼ ਕੀਤੀ ਹੈ, ਜਿਹਦੇ ਵਿੱਚ 2 ਵਾਰੀ ਪਰਮਾਤਮਾ ਦਾ ਨਾਮ ਹੈ, 4 ਯੁੱਗਾਂ ਦਾ ਇਹ ਜਾਪ ਹੈ। ਔਰ ਇਸ ਜੰਗ ਦੇ ਵਿੱਚ ਫਤਿਹ ਹੋਣ ਤੋਂ ਮਗਰੋਂ, ਜਿੱਤ ਪ੍ਰਾਪਤ ਕਰਨ ਤੋਂ ਮਗਰੋਂ ਮਹਾਰਾਜ ਜੀਆਂ ਨੇ ਜਿੱਤ ਦਾ ਸਿਹਰਾ ਆਪਣੇ ਖਾਲਸੇ ਨੂੰ ਦਿੱਤਾ, ਸਿੱਖਾਂ ਨੂੰ ਦਿੱਤਾ ਵੀ ਤੁਹਾਡੀ ਜਿੱਤ ਹੋਈ ਹੈ, ਇਹ ਤੁਹਾਡੀ ਹਿੰਮਤ ਦੇ ਅੱਗੇ ਸਭ ਕੁਝ ਹੋਇਆ।
ਸੋ ਇੱਥੇ ਮਹਾਰਾਜ ਦੀਆਂ ਨੇ ਇਹ ਜੰਗ ਦੇ ਵਿੱਚ ਫਤਿਹ ਜਿਹੜੀ ਹੈ ਉਹ ਇੱਥੇ ਸਾਨੂੰ ਬਖਸ਼ੀ। ਨਾਲ ਹੀ ਸਿੱਖਾਂ ਨੇ ਆ ਕੇ ਦੱਸਿਆ, ਮਹਾਰਾਜ ਤੁਹਾਡੇ ਘਰ ਵਿੱਚ ਪੁੱਤਰ ਅੱਜ ਪੈਦਾ ਹੋਇਆ, ਅੱਜ ਤੁਹਾਡੇ ਘਰ ਵਿੱਚ ਪੁੱਤਰ ਪੈਦਾ ਹੋਇਆ। ਮਹਾਰਾਜ ਖੁਸ਼ ਹੋ ਕੇ ਕਹਿਣ ਲੱਗੇ, ਜੰਗ ਵਿੱਚੋਂ ਜਿੱਤ ਹੋਈ ਹੈ ਤੇ ਸਾਡੇ ਪੁੱਤਰ ਦਾ ਨਾਮ ਵੀ ਅਜੀਤ ਹੀ ਹੋਵੇਗਾ, ਜਿਹੜਾ ਨਾਂ ਜਿੱਤਿਆ ਜਾਵੇ। ਉੱਥੇ ਮਹਾਰਾਜ ਜੀਆਂ ਨੇ ਆਪਣੇ ਪਹਿਲੇ ਸਾਹਿਬਜ਼ਾਦੇ ਦਾ ਨਾਮ ਰੱਖਿਆ ਬਾਬਾ ਅਜੀਤ ਸਿੰਘ। ਜਿਹੜੇ ਵੱਡੇ ਸਾਹਿਬਜ਼ਾਦੇ ਜਿਹੜੇ ਚਮਕੌਰ ਦੇ ਵਿੱਚ ਸ਼ਹੀਦ ਹੋਏ, ਉਹਨਾਂ ਦਾ ਜਨਮ ਵੀ ਇਸੇ ਤਰ੍ਹਾਂ ਇਹ ਪਾਉਂਟਾ ਸਾਹਿਬ ਦੀ ਧਰਤੀ 'ਤੇ ਭੰਗਾਣੀ ਦਾ ਜੰਗ ਲੜਦੇ ਪਏ ਮਹਾਰਾਜ। ਇਸ ਜੰਗ ਦੀ ਇੱਕ ਪਾਸੇ ਜਿੱਤ ਦੀ ਖੁਸ਼ੀ ਹੈ, ਦੂਸਰੇ ਪਾਸੇ ਮਹਾਰਾਜ ਨੇ ਖਾਲਸੇ ਨੂੰ ਫਤਿਹ ਬਖਸ਼ੀ ਹੈ, ਤੀਸਰੇ ਪਾਸੇ ਮਹਾਰਾਜ ਨੂੰ ਇਹ ਖਬਰ ਆ ਕੇ ਮਿਲੀ ਹੈ ਕਿ ਘਰ ਵਿੱਚ ਪੁੱਤਰ ਪ੍ਰਾਪਤ ਹੋਇਆ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਉਸ ਵੇਲੇ ਫਿਰ ਇਹ ਜਿਹੜੀ ਫਤਿਹ ਦੀ ਦਾਤ ਹੈ ਔਰ ਪੁੱਤਰ ਦੀ ਦਾਤ ਹੈ, ਜੰਗ ਦੀ ਜਿੱਤ ਦੀ ਦਾਤ ਹੈ, ਇਹ ਸਾਰੀਆਂ ਖੁਸ਼ੀਆਂ ਮਹਾਰਾਜ ਨੇ ਖਾਲਸੇ ਨਾਲ ਸਾਂਝੀਆਂ ਕੀਤੀਆਂ। ਗੁਰਮੁਖੋ, ਇਹ ਭੰਗਾਣੀ ਦਾ ਜੰਗ ਬਹੁਤ ਵੱਡਾ ਇਤਿਹਾਸ ਰੱਖਦਾ, ਜਿਹਦੇ ਵਿੱਚ ਐਸੀਆਂ ਦਾਤਾਂ ਮਹਾਰਾਜ ਨੇ ਬਖਸ਼ੀਆਂ ਔਰ ਆਪਣੇ ਖਾਲਸੇ ਨੂੰ ਹਿੰਮਤ, ਜਜ਼ਬਾ, ਦਲੇਰੀ, ਅਣਖ ਅਤੇ ਗੈਰਤ ਮਹਾਰਾਜ ਨੇ ਬਖਸ਼ੀ ਹੈ। ਔਰ ਜਿਹੜੇ ਮੈਦਾਨ ਛੱਡ ਕੇ ਭੱਜੇ ਨਮਕ ਹਰਾਮੀ, ਉਹਨਾਂ ਨੂੰ ਸਜ਼ਾਵਾਂ ਵੀ ਦੇ ਕੇ ਜੰਮਦੇ ਘਰੇ ਤੋਰਿਆ ਔਰ ਗੁਰੂ ਖਾਲਸੇ ਨੂੰ ਮਹਾਰਾਜ ਨੇ ਮਾਣ ਬਖਸ਼ਿਆ। ਇਸ ਤਰ੍ਹਾਂ ਇਹ ਜਿਹੜਾ ਪਹਿਲਾ ਜੰਗ ਮਹਾਰਾਜ ਦੀਆਂ ਨੇ ਉਸ ਨੂੰ ਜਿੱਤ ਦੇ ਰੂਪ ਵਿੱਚ ਪ੍ਰਾਪਤ ਕੀਤਾ ਹੈ। ਚਿਤਵੰਤ ਸੰਗੋ ਸ਼ਾਹ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਆਪਣੇ ਬਸਤਰ ਤਾਰੇ, ਉਹ ਜੰਗ ਵਾਲੇ ਇਸ਼ਨਾਨ ਕੀਤਾ, ਆਪਣੇ ਭਰਾ ਭਾਈ ਸੰਗੋ ਸ਼ਾਹ ਨੂੰ ਮਹਾਰਾਜ ਯਾਦ ਕਰਦੇ ਹਨ। ਅਰਜੀਤ ਮਲ ਸੁਬਾਹ। ਅਤੇ ਦੂਸਰੇ ਭਰਾ ਮਹਾਰਾਜ ਦੇ ਜੀਤ ਮਲ ਨੇ, ਇਹ ਵੀ ਸ਼ਹੀਦੀ ਪ੍ਰਾਪਤ ਕਰ ਗਏ ਸਨ। ਕਹਿਣ ਲੱਗੇ ਇਹਨਾਂ ਨੂੰ ਵੀ ਚੇਤੇ ਕਰਦੇ ਹਨ। ਸਭ ਆਪ ਆਪਨ ਡੇਰ। ਬਾਕੀ ਸਾਰੇ ਸਿੱਖ ਆਪੋ ਆਪਣੇ ਡੇਰੇ ਜਾ ਕੇ ਉੱਤਰ ਬੈਠੇ ਹਨ। ਧਰੇ ਆਨੰਦ ਬਡੇਰ। ਸਾਰਿਆਂ ਦੇ ਮਨ ਵਿੱਚ ਬਹੁਤ ਜ਼ਿਆਦਾ ਆਨੰਦ ਹੈ। ਰਣਗਾਥ ਥਾਨੈ ਥਾਨ। ਸਾਰਿਆਂ ਥਾਵਾਂ ਤੇ ਜੰਗ ਦੀਆਂ ਗੱਲਾਂ ਹੋ ਰਹੀਆਂ ਹਨ। ਮਿਲ ਬੀਰ ਬ੍ਰਿੰਦ ਬਖਾਨ। ਬਹੁਤ ਜ਼ਿਆਦੇ ਸੂਰਮੇ ਆਪਸ ਵਿੱਚ ਇਹ ਸਾਰੀਆਂ ਗੱਲਾਂ ਕਰਦੇ। ਰਣ ਭੀਰ ਤਿਆਗ ਪਰਾਏ। ਕਹਿਣ ਲੱਗੇ ਵੀ ਇਸ ਤਰ੍ਹਾਂ ਜੰਗ ਮੈਦਾਨ ਦੀ ਜਿਹੜੀ ਭੀੜ ਹੈ ਨਾ, ਉਹ ਸਾਰੀ ਇਸ ਵੇਲੇ ਖਿੰਡ ਗਈ ਹੈ। ਜਿਨ ਸੂਰ ਕੀਨ ਸਕਾਏ। ਸਾਰੇ ਸੂਰਮੇ ਜਿਹੜੇ ਨੇ ਨਾ ਉਸ ਵੇਲੇ ਦੱਸਦੇ ਪਏ ਵੀ ਮੈਂ ਇੰਨਿਆਂ ਨੂੰ ਮਾਰਿਆ, ਮੈਂ ਇੰਨਿਆਂ ਨੂੰ ਮਾਰਿਆ, ਆਪੋ ਆਪਣੀ ਬਹਾਦਰੀ ਸੁਣਾਉਂਦੇ ਹਨ। ਸਭ ਕੀ ਕਹੈ ਕਰਤੂਤ। ਉਸ ਵੇਲੇ ਸਾਰੇ ਆਪੋ ਆਪਣੀ ਕਹਿਣ ਲੱਗੇ ਵੀ ਦੱਸਦੇ ਪਏ ਵੀ ਮੈਂ ਆਹ ਕੰਮ ਜੰਗ ਵਿੱਚ ਕੀਤਾ ਹੈ। ਗੁਰ ਕਉ ਮਹਾ ਜਸਪੂਤ। ਤੇ ਫਿਰ ਗੁਰੂ ਪਾਤਸ਼ਾਹ ਦਾ ਪੁੱਤਰ ਹੈ ਨਾ ਇਹ ਗੁਰੂ ਖਾਲਸਾ, ਇਸ ਕਰਕੇ ਗੁਰੂ ਖਾਲਸੇ ਦਾ ਬੜਾ ਜਸ ਹੋ ਰਿਹਾ ਹੈ। ਨਿਸਮੈ ਟਿਕੇ ਸਭ ਵੀਰ। ਰਾਤ ਪੈ ਗਈ ਹੈ, ਸਾਰੇ ਸੂਰਮੇ ਆਪੋ ਆਪਣੀ ਜਗ੍ਹਾ ਤੇ ਟਿਕੇ ਹਨ। ਸੁਪਤੇ ਜਥਾ ਸੁਖ ਧੀਰ। ਬੜੇ ਸੁਖਾਂ ਦੇ ਨਾਲ ਇਹ ਗੁਰੂ ਖਾਲਸੇ ਨੇ ਰਾਤ ਜਿਹੜੀ ਹੈ ਬਤੀਤ ਕੀਤੀ ਹੈ। ਅਨੁਸਾਰ ਜਾਨ ਮਹਾਨ। ਕਹਿਣ ਲੱਗੇ ਅਗਲੇ ਦਿਨ ਦਾ ਗੁਰਮੁਖੋ ਅੰਮ੍ਰਿਤ ਵੇਲਾ ਜਿਸ ਵੇਲੇ ਹੋਇਆ ਹੈ। ਗੁਰਬਾਨ ਕੋ ਕਰ ਗਾਨ। ਗੁਰੂ ਕੇ ਸਿੱਖ ਗੁਰੂ ਕੀ ਬਾਣੀ ਪੜ੍ਹਦੇ। ਅੰਮ੍ਰਿਤ ਵੇਲਾ ਜਿਹੜਾ ਨਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ। ਐਸੀ ਬਾਣੀ ਦੇ ਪਾਠ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਕਰਦੇ ਹਨ। ਮੁਖ ਪਾਠ ਕੇਤਕ ਕੀਨ। ਕਈ ਸਿੱਖ ਮਹਾਰਾਜ ਦੇ ਗੁਰਬਾਣੀ ਦਾ ਪਾਠ ਕਰਦੇ ਹਨ। ਕਰ ਪ੍ਰੇਮ ਜਿਉ ਜਲਮੀਨ। ਜਿਵੇਂ ਮੱਛੀ ਪਾਣੀ ਨਾਲ ਪ੍ਰੇਮ ਕਰਦੀ ਹੈ ਨਾ ਗੁਰਮੁਖੋ, ਮੱਛੀ ਪਾਣੀ ਬਿਨਾਂ ਜਿਉਂਦੀ ਨਹੀਂ ਜੇ ਰਹਿ ਸਕਦੇ। ਮਹਿੰਗਾ ਕੱਪੜਾ ਰੇਸ਼ਮ ਦਾ ਲੈ ਕੇ ਆ ਜਾਵੋ, ਮੱਛੀ ਨੂੰ ਪਾਣੀ ਵਿੱਚੋਂ ਕੱਢੋ ਤੇ ਰੇਸ਼ਮ ਦੇ ਕੱਪੜੇ 'ਚ ਰੱਖ ਦਿਓ, ਤੜਫੇਗੀ ਉਹ। ਕੱਪੜਾ ਭਾਵੇਂ ਰੇਸ਼ਮ ਦਾ ਮਹਿੰਗਾ, ਪਰ ਮੱਛੀ ਦਾ ਪਿਆਰ ਰੇਸ਼ਮ ਦੇ ਕੱਪੜੇ ਨਾਲ ਨਹੀਂ, ਪਾਣੀ ਦੇ ਨਾਲ ਹੈ। ਮਹਿੰਗਾ ਥਾਲ ਭਾਵੇਂ ਕੋਈ ਸੋਨੇ ਦਾ ਕਿਉਂ ਨਾ ਲੈ ਆਵੇ, ਸੋਨੇ ਦਾ ਥਾਲ ਤੇ ਮਹਿੰਗਾ, ਮੱਛੀ ਨੂੰ ਪਾਣੀ ਵਿੱਚੋਂ ਕੱਢ ਕੇ ਥਾਲ ਵਿੱਚ ਰੱਖਿਆ, ਥਾਲ ਭਾਵੇਂ ਸੋਨੇ ਦਾ ਪਰ ਤੜਫਦੀ ਪਈ ਹੈ। ਕਾਰਨ ਇਹ ਹੈ ਕਿ ਮੱਛੀ ਦਾ ਪਿਆਰ ਸੋਨੇ ਦੇ ਥਾਲ ਨਾਲ ਨਹੀਂ, ਪਾਣੀ ਦੇ ਨਾਲ ਹੈ। ਜਿਵੇਂ ਮੱਛੀ ਪਾਣੀ ਬਿਨਾਂ ਨਹੀਂ ਰਹਿ ਸਕਦੀ, ਇਸੇ ਤਰ੍ਹਾਂ ਗੁਰੂ ਕੇ ਸਿੱਖ ਬਾਣੀ ਬਿਨਾਂ ਨਹੀਂ ਰਹਿ ਸਕਦੇ। ਇੱਕ ਵਾਰੀ ਆਖੀਏ ਸਤਨਾਮ ਸ਼੍ਰੀ ਵਾਹ। ਗੁਰੂ ਕਾ ਸਿੱਖ ਬਾਣੀ ਬਿਨਾਂ ਨਹੀਂ ਰਹਿ ਸਕਦਾ, ਉਹ ਸਿੱਖ ਹੈ। ਕਹਿਣ ਲੱਗੇ ਅੰਮ੍ਰਿਤ ਵੇਲਾ ਹੋਇਆ, ਭਾਵੇਂ ਕੋਈ ਫਟੜ ਵੀ ਹੈ, ਕੋਈ ਜ਼ਖਮੀ ਵੀ ਹੈ,
ਪਰ ਅੰਮ੍ਰਿਤ ਵੇਲਾ ਨਹੀਂ ਕਿਸੇ ਨੇ ਵੀ ਗਵਾਇਆ। ਉੱਠ ਕੇ ਇਸ਼ਨਾਨ ਪਾਣ ਕਰਕੇ ਨਿਤਨੇਮ ਕਰਦੇ ਕਰ ਹਨ। ਸੋਚ ਮੱਜਨ ਨੀਰ, ਕਹਿਣ ਲੱਗੇ ਕੋਈ ਸੌਚ ਕਿਰਿਆ ਕਰਦਾ, ਕੋਈ ਇਸ਼ਨਾਨ ਕਰਦਾ ਹੈ। ਗੁਰ ਬੈਠੇਗੇ ਬਰਬੀਰ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਵੀ ਇਸ ਤਰ੍ਹਾਂ ਆ ਕੇ ਬੈਠੇ ਹੋਏ ਹਨ। ਪਟ ਬ੍ਰਿੰਦ ਆਯੁਧ ਧਾਰ, ਮਹਾਰਾਜ ਦੇ ਸੂਰਮੇ ਸਾਰੇ ਸ਼ਸਤਰ ਧਾਰਨ ਕਰਕੇ ਆ ਗਏ। ਸਭ ਕੀਨ ਆਨ ਦਿਦਾਰ, ਸਾਰਿਆਂ ਨੇ ਆ ਕੇ ਦਸਵੇਂ ਪਾਤਸ਼ਾਹ ਦਾ ਦਿਦਾਰਾ ਕੀਤਾ ਹੈ। ਲਗ ਗਾ ਦੀਵਾਨ ਮਹਾਨ, ਮਹਾਰਾਜ ਨੇ ਦੀਵਾਨ ਸਜਾਇਆ ਗੁਰਮੁਖੋ ਪੌਂਟਾ ਸਾਹਿਬ ਦੀ ਧਰਤੀ ਤੇ। ਜੰਗ ਨੂੰ ਫਤਿਹ ਕਰਨ ਤੋਂ ਉਪਰੰਤ ਦੀਵਾਨ ਸਜਿਆ ਹੈ। ਵਿੱਚ ਸ਼ੋਭ ਤੇ ਸੁਖਦਾਨ, ਉਸ ਦੀਵਾਨ ਦੇ ਵਿੱਚ ਸੁੱਖਾਂ ਦੇ ਦਾਤੇ ਮਹਾਰਾਜ ਜੀ ਬੈਠੇ ਸ਼ੋਭਾ ਪਾ ਰਹੇ ਹਨ। ਹਕਲ ਛੰਦ ਤਬ ਆਇਓ ਬੁੱਧੂ ਸ਼ਾਹ, ਕਹਿਣ ਲੱਗੇ ਵੀ ਇੰਨੇ ਚਿਰ ਨੂੰ ਪੀਰ ਬੁੱਧੂ ਸ਼ਾਹ ਜੀ ਜਿਹੜੇ ਸਢੌਰੇ ਨਗਰ ਦੇ ਰਹਿਣ ਵਾਲੇ, ਇਹਨਾਂ ਦੇ ਪੁੱਤਰ ਵੀ ਇੱਥੇ ਸ਼ਹੀਦ ਹੋਏ ਨਾ ਜੰਗ ਮੈਦਾਨ ਦੇ ਵਿੱਚ। ਇੰਨੇ ਚਿਰ ਨੂੰ ਪੀਰ ਬੁੱਧੂ ਸ਼ਾਹ ਆ ਗਏ ਹਨ। ਜਹ ਸੰਗ ਸੁਭਟ ਗਨ ਆਹ, ਜਿਹਦੇ ਨਾਲ ਬਹੁਤ ਜ਼ਿਆਦੇ ਸੂਰਮੇ। ਇਹਨੇ ਵੀ ਜੰਗ ਦੇ ਵਿੱਚ ਗੁਰਮੁਖੋ ਬੜਾ ਜ਼ੋਰ ਵਿਖਾਇਆ, ਬੜੀ ਬਹਾਦਰੀ ਨਾਲ ਜੰਗ ਲੜਿਆ ਹੈ। ਦਵੈ ਪੁੱਤਰ ਗਏ ਰਣ ਮਾਰੇ, ਇਹਦੇ 2 ਪੁੱਤਰ ਗੁਰਮੁਖੋ ਜੰਗ ਵਿੱਚ ਮਾਰੇ ਗਏ ਸਨ। 4 ਪੁੱਤਰ ਸਨ ਤੇ 2 ਜੰਗ ਲੜਦਿਆਂ ਇਸ ਦੇ ਸ਼ਹੀਦੀ ਪਾ ਗਏ ਹਨ। ਦੋ ਜੀਵਤ ਸੰਗ ਨਿਹਾਰੇ, ਜਿਹੜੇ ਜਿਉਂਦੇ ਸਨ ਉਹ ਨਾਲ ਇਸ ਵੇਲੇ ਵੇਖੇ ਜਾ ਸਕਦੇ ਨੇ। ਪੀਰ ਬੁੱਧੂ ਸ਼ਾਹ ਦੇ ਨਾਲ ਮਿਲ ਕੇ ਮਹਾਰਾਜ ਦੇ ਦਰਸ਼ਨ ਕਰਨੇ ਆਏ। ਸਭ ਸ਼ਸਤਰ ਅੰਗ ਮਹਿਲਾਏ, ਸਾਰੇ ਸੂਰਮਿਆਂ ਨੇ ਕਹਿਣ ਲੱਗੇ ਵੀ ਸ਼ਸਤਰ ਸਰੀਰ ਦੇ ਉੱਪਰ ਸਜਾਏ ਹੋਏ ਹਨ। ਹਿਤ ਦਰਸ਼ਨ ਮੋਦ ਵਧਾਏ, ਇਹ ਮਹਾਰਾਜ ਦੇ ਕੇਵਲ ਦਰਸ਼ਨ ਕਰਨ ਵਾਸਤੇ ਆਏ ਔਰ ਬੜੇ ਮੋਦ ਕਹੀਏ ਚਾਅ ਦੇ ਨਾਲ, ਆਨੰਦ ਦੇ ਨਾਲ, ਖੁਸ਼ੀ ਦੇ ਨਾਲ ਮਹਾਰਾਜ ਦੇ ਦਿਦਾਰੇ ਕਰਦੇ ਹਨ। ਜਬ ਚਲ ਕਰ ਆਇਓ ਨੇਰੇ, ਜਦੋਂ ਇਹ ਸਾਰੇ ਚੱਲ ਕੇ ਮਹਾਰਾਜ ਸਾਹਿਬ ਜੀਆਂ ਦੇ ਨੇੜੇ ਆਏ ਹਨ। ਗੁਰ ਉੱਚੇ ਕਹਿ ਤਿਸ ਵੇਰੇ, ਸਤਿਗੁਰੂ ਪਾਤਸ਼ਾਹ ਉੱਚੀ ਸਾਰੀ ਬੋਲ ਪਏ। ਇਧਰੋਂ ਪੀਰ ਬੁੱਧੂ ਸ਼ਾਹ ਤੁਰਿਆ ਆ ਰਿਹਾ। 4 ਪੁੱਤਰਾਂ ਵਿੱਚੋਂ 2 ਸ਼ਹੀਦੀ ਪਾ ਗਏ। 2 ਪੁੱਤਰ ਜਿਉਂਦੇ ਜਿਹੜੇ ਉਹ ਨਾਲ ਨੇ। ਕੁਝ ਸੂਰਮੇ ਦੇ ਚੇਲੇ ਸਨ, ਉਹ ਵੀ ਜੰਗ ਵਿੱਚ ਸ਼ਹੀਦ ਹੋ ਗਏ। ਕੁਝ ਹਾਲੇ ਨਾਲ ਨੇ। ਜਦੋਂ ਉਹਨਾਂ ਸਾਰਿਆਂ ਨੂੰ ਲੈ ਕੇ ਮਹਾਰਾਜ ਨੂੰ ਮਿਲਣ ਵਾਸਤੇ ਆਉਂਦਾ ਪਿਆ ਨਾ, ਪੀਰ ਬੁੱਧੂ ਸ਼ਾਹ ਦੇ ਦਰਵਾਜ਼ੇ ਦੇ ਸਾਹਮਣੇ ਹੋਇਆ ਤੇ ਮਹਾਰਾਜ ਦੀ ਨਿਗਾਹ ਪੈ ਗਈ ਵੀ ਪੀਰ ਜੀ ਤੁਰੇ ਆਉਂਦੇ। ਸਤਿਗੁਰੂ ਪਾਤਸ਼ਾਹ ਉੱਚੀ ਆਵਾਜ਼ ਦੇ ਵਿੱਚ ਬੋਲੇ ਇਸ ਪੀਰ ਨੂੰ ਵੇਖ ਕੇ। ਢਿੱਗੇ ਆਵੋ ਬੁੱਧੂ ਸ਼ਾਹ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੁੱਧੂ ਸ਼ਾਹ ਪੀਰ ਜੀ ਪਿੱਛੇ ਨਾ ਖੜੇ ਰਹੋ, ਅੱਗੇ ਆ ਜਾਓ, ਸਾਡੇ ਕੋਲ ਆ ਜਾਓ। ਬੜੀ ਵੱਡੀ ਕੁਰਬਾਨੀ ਹੈ ਗੁਰਮੁਖੋ, ਪੁੱਤਰ ਸ਼ਹੀਦ ਕਰਵਾ ਲੈਣਾ ਨਿੱਕੀ ਜੀ ਗੱਲ ਨਹੀਂ ਹੈ। ਬੜੀ ਵੱਡੀ ਕੁਰਬਾਨੀ, ਬੜੀ ਵੱਡੀ ਸੇਵਾ। ਔਰ ਵੈਸੇ ਵੀ ਇਹ ਗੁਰੂ ਪਾਤਸ਼ਾਹ ਨੂੰ ਬੜਾ ਪਿਆਰ ਕਰਦਾ ਪੀਰ ਬੁੱਧੂ ਸ਼ਾਹ। ਤੇ ਸਤਿਗੁਰਾਂ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਬੁੱਧੂ ਸ਼ਾਹ ਪੀਰ ਜੀ ਉਰੇ ਆ ਜਾਓ, ਸਾਡੇ ਕੋਲ ਆ ਜਾਣਾ ਕਰੋ। ਤੁਮ ਪੀਰ ਸਾਚ ਕੇ ਆਹ, ਤੁਸੀਂ ਵਾਕਿਆ ਹੀ ਸੱਚੇ ਪੀਰ ਹੋ। ਸੱਚੇ ਪੀਰ ਤੁਹਾਨੂੰ ਹੀ ਕਿਹਾ ਜਾ ਸਕਦਾ। ਪੀਰ ਤੇ ਬੜੇ ਤੁਰੇ ਫਿਰਦੇ। ਜਿੰਨੀਆਂ ਬੜੀਆਂ ਕਬਰਾਂ ਬਣੀਆਂ ਨੇ ਉਹਨਾਂ ਦੇ ਸਾਰਿਆਂ ਦੇ ਬਾਹਰ ਲਿਖਿਆ ਹੋਇਆ ਪੀਰ ਫਲਾਣਾ, ਇਹ ਉਹ ਪੀਰ। ਕਈ ਨਾਂ ਇਹੋ ਜਿਹਾ ਸੁਣ ਕੇ ਹਾਸਾ ਆਉਣ ਲੱਗ ਪੈਂਦਾ। ਉਹ ਪੀਰ ਨਹੀਂ, ਉਹ ਤੇ ਭੜਕਦੀਆਂ ਆਤਮਾਵਾਂ ਜਿਹੜੀਆਂ ਕਿਸੇ ਬੰਨੇ ਨਹੀਂ ਲੱਗੀਆਂ। ਗੁਰਮੁਖੋ ਪੀਰ ਨਾਮ ਪਵਿੱਤਰ ਦਾ ਹੈ। ਪੀਰ ਪਵਿੱਤਰ ਨੂੰ ਕਿਹਾ ਜਾਂਦਾ ਤੇ ਪੀਰ ਉਹਨੂੰ ਕਿਹਾ ਜਾਂਦਾ। ਵਿਦਵਾਨਾਂ ਨੇ ਲਿਖਿਆ ਵੀ ਹਜ਼ਰਤ ਮੁਹੰਮਦ ਸਾਹਿਬ ਨੇ ਆਪਣੇ 5 ਚੇਲੇ ਬਣਾਏ ਸਨ, 5 ਸੇਵਕ। ਉਹਨਾਂ 5 ਸੇਵਕਾਂ ਨੂੰ ਆਪਣਾ ਉਪਦੇਸ਼ ਦਿੱਤਾ ਸੀ ਕਿ ਤੁਸੀਂ ਇਹਦੀ ਕਮਾਈ ਕਰੋ। ਉਹ ਜਿਹੜੇ 5 ਚੇਲੇ ਸਨ ਉਹ ਕਮਾਈ ਕਰਕੇ ਬਹੁਤ ਵੱਡੀ ਉੱਚੀ ਅਵਸਥਾ ਦੇ ਮਾਲਕ ਬਣੇ। ਉਹਨਾਂ 5 ਚੇਲਿਆਂ ਨੇ ਅੱਗੇ ਫਿਰ 5 ਚੇਲਿਆਂ ਨੂੰ ਉਪਦੇਸ਼ ਦਿੱਤਾ। ਜਿਹੜੇ ਉਹਨਾਂ 5 ਨੂੰ ਉਪਦੇਸ਼ ਦਿੱਤਾ ਉਹ ਦੁਨੀਆ ਵਿੱਚ ਪੀਰ ਕਹਾਏ। ਪੀਰ ਬਣਨਾ ਕੋਈ ਸੌਖਾ ਨਹੀਂ ਹੈ। ਜਿਨ੍ਹਾਂ ਨੇ ਹਜ਼ਰਤ ਮੁਹੰਮਦ ਸਾਹਿਬ ਤੋਂ ਉਪਦੇਸ਼ ਲੈ ਕੇ ਕਮਾਇਆ। ਇਸਲਾਮ ਧਰਮ ਦਾ ਧਾਰਮਿਕ ਗ੍ਰੰਥ ਇਹ ਗੱਲ ਕਹਿੰਦਾ। ਇਹ ਗੱਲ ਕੋਈ ਐਵੇਂ ਨਹੀਂ ਹੈ ਵੀ ਆਪਾਂ ਸੁਣ ਲਈ ਤੇ ਠੀਕ। ਇਸਲਾਮ ਧਰਮ ਦਾ ਗ੍ਰੰਥ ਇਹ ਗੱਲ ਕਹਿੰਦਾ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਜਿਹੜੇ 5 ਚੇਲੇ ਸਨ ਉਹਨਾਂ ਨੂੰ ਪੀਰ ਕਿਹਾ ਗਿਆ, ਕਿਉਂਕਿ ਉਹਨਾਂ ਨੇ ਮੁਹੰਮਦ ਸਾਹਿਬ ਤੋਂ ਉਪਦੇਸ਼ ਲੈ ਕੇ ਉਹਦੀ ਕਮਾਈ ਕਰਕੇ ਪਹੁੰਚੇ, ਮੰਜ਼ਿਲ ਨੂੰ ਪ੍ਰਾਪਤ ਕੀਤਾ। ਉਹਨਾਂ 5 ਚੇਲਿਆਂ ਦੇ ਅੱਗੇ 5 ਚੇਲੇ ਸਨ। ਉਹਨਾਂ ਤੋਂ ਅੱਗੇ ਫਿਰ 5 ਚੇਲੇ ਬਣੇ, ਜਿਹੜੇ ਇਸ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਉਪਦੇਸ਼ ਲੈ ਕੇ ਕਮਾਈ ਕਰਕੇ ਜਿਨ੍ਹਾਂ ਨੇ ਜੀਵਨ ਸਾਧਿਆ। ਪੀਰ ਉਹਨਾਂ ਨੂੰ ਕਿਹਾ ਜਾਂਦਾ। ਜਣੇ ਖਣੇ ਨੂੰ ਪੀਰ ਨਹੀਂ ਆਖਿਆ ਜਾਂਦਾ। ਜਿਹੜੇ ਪੀਰਾਂ ਦੀ ਅਸੀਂ ਗੱਲ ਕਰਦੇ ਹਾਂ, ਇਹ ਪੀਰ ਤੇ ਕਹਿੰਦੇ ਨੇ ਵੀ ਸਾਡੇ ਇੱਥੇ ਸਾਲ ਪਿਛੋਂ ਖਾੜਾ ਲਾਇਆ ਕਰੋ।
ਕਈਆਂ ਪਿੰਡਾਂ ਦੇ ਵਿੱਚ ਕਲਾਕਾਰ ਮੰਗਾਏ ਜਾਂਦੇ, ਗਾਉਣ ਵਾਲੀਆਂ, ਗਾਉਣ ਵਾਲੇ, ਨੱਚਣ ਵਾਲੇ। ਤੇ ਗੁਰਮੁਖੋ ਇਸਲਾਮ ਦੇ ਵਿੱਚ ਤੇ ਰਾਗ ਦੀ ਬਿਲਕੁਲ ਮਨਾਹੀ ਹੈ। ਇਸਲਾਮ ਧਰਮ ਜਿਹੜਾ ਰਾਗ ਨੂੰ ਨਹੀਂ ਮੰਨਦਾ, ਰਾਗ ਨੂੰ ਪੜ੍ਹਨ ਵਾਲੇ ਨੂੰ ਕਾਫਰ ਆਖਿਆ ਜਾਂਦਾ। ਇਹ ਕਿਹੜੇ ਪੀਰ ਹੋਏ ਜਿਹੜੇ ਹੈ ਵੀ ਮੁਸਲਮਾਨ ਨੇ ਤੇ ਕਹਿੰਦੇ ਵੀ ਗਾਓ ਵਜਾਓ, ਸਾਡੇ ਕੋਲ ਆ ਕੇ ਇੱਥੇ ਨੱਚੋ। ਇਹ ਪੀਰਾਂ ਦਾ ਜੀਵਨ ਤੇ ਨਾ ਕੋਈ ਹੋਇਆ। ਪੀਰ ਤੇ ਨਹੀਂ ਨਾ ਚਾਹੁੰਦਾ ਵੀ ਕੋਈ ਨੱਚੇ ਇੱਥੇ ਆ ਕੇ। ਗੁਰਮੁਖੋ ਕਈ ਜਗ੍ਹਾ ਇਹੋ ਜਿਹੀਆਂ ਹੈਗੀਆਂ ਜਿੱਥੇ ਨਸ਼ਾ ਵੀ ਚੜ੍ਹਦਾ, ਸ਼ਰਾਬ ਦੀਆਂ ਬੋਤਲਾਂ ਚੜ੍ਹਦੀਆਂ, ਮਾਸ ਚੜ੍ਹਦੇ, ਬੜਾ ਕੁਝ ਹੋਰ, ਬੀੜੀਆਂ ਸਿਗਰਟਾਂ ਵੀ ਚੜ੍ਹਦੀਆਂ, ਚਿਲਮਾਂ ਵੀ ਚੜ੍ਹਦੀਆਂ। ਕਿਹੜਾ ਇਹੋ ਜਿਹਾ ਪੀਰ ਹੈ ਜਿਹੜਾ ਕਹਿੰਦਾ ਵੀ ਆਪ ਵੀ ਪੀਓ ਤੇ ਮੈਨੂੰ ਵੀ ਪਿਆਓ? ਉਹ ਫਿਰ ਪੀਰ ਤੇ ਨਾ ਹੋਇਆ, ਉਹ ਤੇ ਕੋਈ ਅਯਾਸ਼ ਹੀ ਹੋਇਆ ਨਾ। ਕਿਤੇ ਪੀਤੀ 'ਚ ਆਪ ਮਰ ਗਿਆ ਤੇ ਪ੍ਰੇਤ ਬਣ ਗਿਆ ਤੇ ਉਹਦੀ ਜਗ੍ਹਾ ਤੇ 4 ਇੱਟਾਂ ਲਾਈਆਂ। ਉਹ ਅਜੇ ਵੀ ਮੜੀ ਵਿੱਚ ਬੈਠਾ ਸ਼ਰਾਬ ਹੀ ਮੰਗਦਾ ਪਿਆ, ਆਪ ਵੀ ਪੀਓ ਤੇ ਮੈਨੂੰ ਵੀ ਪਿਆਓ। ਦੁਨੀਆ ਦੇ ਲੋਕ ਉਹਨਾਂ ਨੂੰ ਕਹਿ ਦਿੰਦੇ ਪੀਰ ਨੇ। ਪੀਰ ਨਹੀਂ, ਉਹ ਭੜਕਦੀਆਂ ਆਤਮਾਵਾਂ ਜਿਹੜੀਆਂ ਕਿਸੇ ਬੰਨੇ ਨਹੀਂ ਲੱਗੀਆਂ, ਭੜਕਦੀਆਂ ਪਈਆਂ, ਦੁਖੀ ਹੋਈਆਂ। ਪੀਰ ਹੁੰਦਾ ਪਵਿੱਤਰ। ਇੱਥੇ ਪੀਰ ਸ਼ਬਦ ਵਰਤਿਆ ਪੀਰ ਬੁੱਧੂ ਸ਼ਾਹ ਦੇ ਨਾਲ। ਪਰ ਗੁਰਮੁਖੋ ਅਸੀਂ ਇਤਿਹਾਸ ਵੀ ਭੁੱਲ ਜਾਂਦੇ ਨਾ, ਬਚਨ ਵੀ ਭੁੱਲ ਜਾਂਦੇ। ਹੋਰਾਂ ਮੱਤਾਂ ਨੂੰ ਛੇਤੀ ਅਸੀਂ ਅਪਣਾ ਲੈਂਦੇ ਹਾਂ, ਉਹਨਾਂ ਵਿੱਚ ਛੇਤੀ ਰਲ ਗੱਡ ਹੋ ਜਾਂਦੇ ਹਾਂ। ਆਪਣਾ ਉਪਦੇਸ਼, ਆਪਣਾ ਜਿਹੜਾ ਗੁਰੂ ਨੇ ਜੀਵਨ ਬਖਸ਼ਿਸ਼ ਕੀਤਾ, ਉਹ ਅਸੀਂ ਦੇਣ ਦੀ ਬਜਾਏ, ਦੂਸਰਿਆਂ ਵਿੱਚ ਵੰਡਣ ਦੀ ਬਜਾਏ ਅਗਲੇ ਦਾ ਛੇਤੀ ਲੋਹਾ ਮੰਨ ਲਈਦਾ। ਬਹੁਤਾਤ ਅੱਜ ਸਾਡੇ ਸਿੱਖ ਧਰਮ ਦੇ ਵਿੱਚ ਨਵਾਂ ਸਾਲ ਵੀ ਮਨਾਇਆ ਜਾਏਗਾ। ਬੜੇ ਬੜੇ ਵੱਡੇ ਸਿੱਖ ਆਪਣੇ ਆਪ ਨੂੰ ਕਹਾਉਣ ਵਾਲੇ ਕੇਕ ਵੀ ਕੱਟਣਗੇ, ਗੁਰਦੁਆਰਿਆਂ ਵਿੱਚ ਵੀ ਆ ਕੇ ਆਤਿਸ਼ਬਾਜ਼ੀ ਕਰਨਗੇ। ਹੁੰਦਾ ਹੈ ਨਾ ਸਾਰਿਆਂ ਥਾਵਾਂ ਤੇ। ਬਾਣੀ ਪੜ੍ਹਨੀ ਕੋਈ ਮਾੜੀ ਗੱਲ ਨਹੀਂ ਹੈ, ਪਰ ਗੁਰੂ ਪਾਤਸ਼ਾਹ ਨੇ ਜਿਹੜਾ ਸਾਨੂੰ ਨਵਾਂ ਸਾਲ ਬਖਸ਼ਿਆ, ਗੁਰਮੁਖੋ ਚੇਤਰ ਦਾ ਮਹੀਨਾ ਹੀ ਬਖਸ਼ਿਆ। ਪੜ੍ਹਦੇ ਹੋ ਨਾ 12 ਮਾਹ ਦੀ ਬਾਣੀ ਮਹਾਰਾਜ ਦੀਆਂ। ਸਤਿਗੁਰਾਂ ਨੇ ਉੱਥੇ ਬਚਨ ਕੀਤਾ, ਚੇਤ ਗੋਬਿੰਦ ਆਰਾਧੀਆ ਹੋਵੇ ਆਨੰਦ ਕਣ। ਤੇ ਕਦੇ ਚੇਤਰ ਦੇ ਮਹੀਨੇ ਉੱਠ ਕੇ ਇਸ਼ਨਾਨ ਕੀਤਾ ਸਵੇਰੇ? ਜਿਹਨੂੰ ਇਹ ਖੁਸ਼ੀ ਚੜ੍ਹੀ ਰਹਿੰਦੀ ਆ ਵੀ ਨਵਾਂ ਸਾਲ ਮਨਾਵਾਂ। ਈਸਾਈ ਧਰਮ ਦਾ ਤੇ ਮਨਾਉਂਦਾ ਪਿਆ, ਕਦੇ ਆਪਣਾ ਵੀ ਮਨਾਇਆ ਜਿਹੜਾ ਗੁਰੂ ਨੇ ਸਾਨੂੰ ਦਿੱਤਾ। ਔਰ ਉਹ 12 ਮਹੀਨੇ ਲਿਖੇ ਵੀ ਨੇ ਮਹਾਰਾਜ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 12 ਮਹੀਨੇ ਲਿਖੇ ਤੇ ਪਹਿਲਾ ਮਹੀਨਾ ਇੱਥੋਂ ਹੀ ਸ਼ੁਰੂ ਹੁੰਦਾ। ਉਹ ਨਹੀਂ ਕਦੇ ਮਨਾਇਆ, ਉਹ ਸਾਨੂੰ ਕਦੇ ਯਾਦ ਵੀ ਨਹੀਂ ਹੈ। ਸਾਨੂੰ ਯਾਦ ਕੀ ਹੈ? ਦੂਸਰਿਆਂ ਦੇ ਦਿਨ ਤੇ ਤਿਉਹਾਰ, ਦੂਸਰਿਆਂ ਦੀਆਂ ਇਤਿਹਾਸਕ ਵਸਤੂਆਂ ਸਾਨੂੰ ਯਾਦ ਨੇ, ਆਪਣੀਆਂ ਨਹੀਂ। ਗੁਰੂ ਪਾਤਸ਼ਾਹ ਦੇ ਜਿੰਨੇ ਦਿਹਾੜੇ ਨੇ 10 ਗੁਰੂਆਂ ਦੇ, ਆਉਂਦੇ ਦੇਸੀ ਮਹੀਨੇ ਦੇ ਮੁਤਾਬਕ ਨੇ, ਕਿਉਂਕਿ ਉਦੋਂ ਹੈ ਹੀ ਦੇਸੀ ਮਹੀਨਾ, ਅੰਗਰੇਜ਼ੀ ਤਾਂ ਆਪਣੇ ਕੋਲ ਹੈ ਹੀ ਨਹੀਂ ਸੀ। ਪਰ ਅੱਜ ਅਸੀਂ ਜੇ ਉਹ ਇਤਿਹਾਸਕ ਦਿਹਾੜਾ ਮਨਾਉਣਾ ਹੈ ਤੇ ਅੱਜ ਅਸੀਂ ਅੰਗਰੇਜ਼ੀ ਨੂੰ ਪਕੜ ਲੈਂਦੇ ਹਾਂ। ਜਿਹੜਾ ਗੁਰੂ ਦਾ ਅਵਤਾਰ ਹੋਇਆ ਉਹ ਸਾਨੂੰ ਦੇਸੀ ਮਹੀਨਾ ਭੁੱਲ ਗਿਆ। ਤੇ ਬਹੁਤ ਸੰਗਤਾਂ ਵਿੱਚ ਇਹ ਵੰਡ ਵਖਰੇਵਾ ਵੀ ਹੈ ਵੀ ਮਹਾਰਾਜ ਦਾ ਜਿਹੜਾ ਅਵਤਾਰ ਹੈ ਨਾ 10ਵੇਂ ਪਾਤਸ਼ਾਹ ਤੋਂ 5 ਜਨਵਰੀ ਨੂੰ ਮਨਾਇਆ ਜਾਵੇ। ਬਹੁਤ ਲੋਕ ਇਹ ਗੱਲ ਕਹਿੰਦੇ, ਪਰ 5 ਜਨਵਰੀ ਨੂੰ ਕਿਵੇਂ ਮਨਾਇਆ ਜਾਵੇ? ਜਿੱਦਣ ਮਹਾਰਾਜ ਦਾ ਅਵਤਾਰ ਹੋਇਆ ਉਦੋਂ ਤੇ 5 ਜਨਵਰੀ ਹੈ ਨਹੀਂ ਹੈ। ਉਦਣ ਤੇ ਪੋਹ ਸੁਦੀ 7ਵੀਂ ਹੈ, ਦੇਸੀ ਮਹੀਨਾ। ਇਤਿਹਾਸਕਾਰ ਤੁਹਾਨੂੰ ਸੁਣਾਉਂਦੇ ਵੀ ਨੇ, ਇਤਿਹਾਸ ਵੀ ਪੋਹ ਸੁਦੀ 7ਵੀਂ ਨੂੰ ਮਹਾਰਾਜ ਦਾ ਅਵਤਾਰ ਹੋਇਆ। ਤੇ ਜੇ ਪੋਹ ਸੁਦੀ 7ਵੀਂ ਨੂੰ ਮਨਾਵਾਂਗੇ ਤੇ ਅੰਗਰੇਜ਼ੀ ਤਰੀਕ ਤੇ ਕੋਈ ਵੀ ਆ ਸਕਦੀ ਹੈ। ਪਰ ਅਸੀਂ ਉਹ ਮਹਾਰਾਜ ਦਾ ਕੈਲੰਡਰ ਜਿਹੜਾ ਹੈ ਨਾ, ਬਿਕਰਮੀ ਕੈਲੰਡਰ, ਮਹਾਰਾਜ ਨੇ ਜਿਹੜੇ ਮਹੀਨੇ ਲਿਖੇ ਨੇ ਉਹ ਛੱਡ ਕੇ ਤੇ ਦੂਜੇ ਪਾਸੇ ਨੂੰ ਚੱਲ ਪਏ। ਇਹ ਅਸੀਂ ਤਰਕ ਦਿੰਦੇ ਹਾਂ, ਤੇ ਤਰਕ ਦੇਣ ਵਾਲੇ ਗੁਰਮੁਖੋ ਬੜੇ ਚਲਾਕ। ਜਦੋਂ ਤੇ 10ਵੇਂ ਪਾਤਸ਼ਾਹ ਦੀ ਸ਼ਹੀਦੀ ਦੀ ਗੱਲ ਆ ਜਾਂਦੀ ਹੈ, 10ਵੇਂ ਪਾਤਸ਼ਾਹ ਦੇ ਅਵਤਾਰ ਦੀ ਗੱਲ ਆ ਜਾਂਦੀ ਹੈ, ਉਦੋਂ ਤੇ ਅਸੀਂ ਆਖਦੇ ਵੀ ਇਹ ਉਹ ਸੁਦੀ 7ਵੀਂ ਨੂੰ ਅਸੀਂ ਨਹੀਂ ਮੰਨਦੇ। ਉਦੋਂ ਅਸੀਂ ਜਨਵਰੀ ਦਾ ਮਹੀਨਾ ਕੱਢ ਖਲੋਂਦੇ ਹਾਂ। ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਆਉਂਦੀ ਹੈ ਉਦੋਂ ਨਹੀਂ ਕਦੇ ਕਿਹਾ ਵੀ ਅੱਜ 27 ਦਸੰਬਰ ਹੈ ਕਿ 28 ਦਸੰਬਰ ਹੈ ਕਿ 26 ਹੈ ਕਿ 29 ਹੈ। ਉਦੋਂ ਤੇ 13 ਪੋਹ ਹੀ ਮੰਨਿਆ ਜਾਂਦਾ। ਜੇ ਸਾਹਿਬਜ਼ਾਦਿਆਂ ਦਾ ਦਿਹਾੜਾ 13 ਪੋਹ ਨੂੰ ਮੰਨਦੇ ਆ, ਮਨਾਉਂਦੇ ਆ ਵੀ ਇਸ ਦਿਨ ਸ਼ਹੀਦੀ ਹੋਈ ਹੈ, ਤੇ 10ਵੇਂ ਪਾਤਸ਼ਾਹ ਦਾ ਵੀ ਤਾਂ ਮੰਨੀਏ ਨਾ ਵੀ ਪੋਹ ਸੁਦੀ 7ਵੀਂ ਨੂੰ ਹੋਈ ਹੈ। ਔਰ ਉਹ ਵਿਚਾਰ ਅੱਜ ਬਹੁਤ ਆਦ ਸੰਗਤਾਂ ਮਨਾ ਰਹੀਆਂ
ਔਰ ਸੰਗਤਾਂ ਪੁੱਛ ਵੀ ਰਹੀਆਂ ਵੀ ਨਵਾਂ ਸਾਲ ਕਿਉਂ ਨਹੀਂ ਮਨਾਇਆ ਜਾ ਰਿਹਾ। ਨਵਾਂ ਸਾਲ ਜਿੰਨੇ ਮਨਾਉਣਾ, ਜਿਨ੍ਹਾਂ ਦਾ ਹੈ ਉਹ ਮਨਾ ਲੈਣ, ਸਾਡਾ ਤੇ ਨਹੀਂ ਹੈ। ਸਾਡਾ ਤੇ ਚੇਤਰ ਨੂੰ ਸ਼ੁਰੂ ਹੋਵੇਗਾ, ਜਦੋਂ ਸ਼ੁਰੂ ਹੋਵੇਗਾ ਉਦੋਂ ਮਨਾ ਲਵਾਂਗੇ। ਹਾਂ, ਕਿਸੇ ਨੇ ਵੈਸੇ ਬਾਣੀ ਪੜ੍ਹਨੀ ਹੈ, ਜਿੰਨੀ ਮਰਜ਼ੀ ਪੜ੍ਹੋ। ਚਲ ਖਿਆਲ ਰੱਖਿਓ, ਜਿੰਨੀ ਅੱਜ ਪੜ੍ਹਨੀ ਹੈ ਇੰਨੀ ਉਦਣ ਵੀ ਪੜ੍ਹਿਓ ਜਿੱਦਣ ਇੱਕ ਚੇਤਰ ਹੋਵੇਗੀ, ਫਿਰ ਨਵਾਂ ਸਾਲ ਮਨਾਇਆ ਸਫਲਾ ਹੋਵੇਗਾ। ਔਰ ਇਸੇ ਤਰ੍ਹਾਂ ਅਸੀਂ ਜਿਹੜੇ ਕੈਲੰਡਰ ਛਪਾਉਂਦੇ ਹਾਂ, ਗੁਰੂ ਘਰਾਂ ਵੱਲੋਂ ਕੈਲੰਡਰ ਵੀ ਛਪਦੇ ਨੇ, ਡਾਇਰੀਆਂ ਵੀ ਛਪਦੀਆਂ, ਉਹਨਾਂ ਉੱਪਰ ਵੀ ਅਸੀਂ ਅੰਗਰੇਜ਼ੀ ਤਰੀਕ ਨੂੰ ਲੈ ਕੇ ਸ਼ੁਰੂ ਕਰਦੇ ਹਾਂ। ਜਿੱਦਣ ਨਵਾਂ ਸਾਲ ਹੋਵੇਗਾ ਉਦੋਂ ਉਹ ਕੈਲੰਡਰ 'ਤੇ ਡਾਇਰੀਆਂ ਗੁਰਦੁਆਰਿਆਂ ਵਿੱਚੋਂ ਵੀ ਛਪਦੀਆਂ। ਸਾਨੂੰ ਉਸ ਦਿਨ ਵੀ ਇਹ ਗੱਲ ਚੇਤੇ ਰੱਖਣੀ ਪਵੇਗੀ ਵੀ ਸਾਡਾ ਕੈਲੰਡਰ ਜਿਹੜਾ ਨਾ ਇੱਕ ਚੇਤਰ ਤੋਂ ਸ਼ੁਰੂ ਹੋਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ, ਉਹਦਾ ਕੈਲੰਡਰ ਜਿਹੜਾ ਨਾ ਉਹ ਦੇਸੀ ਮਹੀਨੇ ਤੋਂ ਸ਼ੁਰੂ ਕਰਦੇ, ਦੇਸੀ ਮਹੀਨੇ 'ਤੇ ਖਤਮ ਹੁੰਦਾ। ਤਰੀਕਾਂ ਜਿਹੜੀਆਂ ਨੇ ਸਾਰੀਆਂ ਦੇਸੀ ਮਹੀਨਿਆਂ ਦੀਆਂ ਉਹ ਦਿੰਦੇ ਸਾਨੂੰ ਉਹਨਾਂ ਦੇ ਮਗਰ ਵੀ ਲੱਗ ਜਾਣਾ ਚਾਹੀਦਾ, ਚੰਗਾ ਗੁਣ ਤੇ ਲੈ ਲੈਣਾ ਚਾਹੀਦਾ, ਪਰ ਨਹੀਂ, ਇੱਥੇ ਅਸੀਂ ਬਦਲ ਲੈਂਦੇ ਹਾਂ ਕਿ ਬਦਲਣਾ ਨਹੀਂ ਚਾਹੀਦਾ। ਸਾਨੂੰ ਵੀ ਸ਼੍ਰੋਮਣੀ ਕਮੇਟੀ ਦੇ ਇਸ ਕੰਮ ਦੇ ਉੱਪਰ ਹੋਰ ਕੰਮ ਕਰਨਾ ਚਾਹੀਦਾ। ਗੁਰਦੁਆਰਿਆਂ ਦੇ ਵੱਲੋਂ ਜਿਹੜੀਆਂ ਡਾਇਰੀਆਂ ਛਪ ਜਾਣ ਜਾਂ ਕੈਲੰਡਰ ਛਪ ਜਾਣ, ਸੰਗਤ ਨੂੰ ਵੰਡੇ ਜਾਣ, ਉਹ ਵੀ ਸਾਰੇ ਇੱਕ ਚੇਤਰ ਤੋਂ ਸ਼ੁਰੂ ਹੋ ਜਾਣ। ਸੰਗਤ ਨੂੰ ਦੱਸਿਆ ਜਾਵੇ ਵੀ ਸਾਡਾ ਨਵਾਂ ਸਾਲ ਕਦੋਂ ਹੈ। ਇਹ ਦੱਸਾਂਗੇ ਤਾਂ ਹੀ ਪਤਾ ਲੱਗੇਗਾ ਗੁਰਮੁਖੋ, ਜੇ ਦੱਸਾਂਗੇ ਨਹੀਂ, ਉਪਰਾਲਾ ਨਹੀਂ ਕਰਾਂਗੇ। ਅਤੇ ਬਹੁਤ ਵਾਰੀ ਇਹ ਹੋ ਜਾਂਦਾ ਹੈ ਵੀ ਜੇ ਦੇਸੀ ਕੈਲੰਡਰ ਛਾਪਾਂਗੇ ਉਹਦੇ ਵਾਸਤੇ ਕਾਪੀ ਪੈਨ ਫੜਨਾ ਪਵੇਗਾ, ਬੜਾ ਕੁਝ ਲਿਖਣਾ ਪਵੇਗਾ, ਵਿਚਾਰਨਾ ਪਵੇਗਾ, ਫਿਰ ਜਾ ਕੇ ਛਪਣਾ। ਅੰਗਰੇਜ਼ੀ ਛਾਪਣਾ ਅਤੇ ਕੈਲੰਡਰ ਵੱਲ ਵੇਖ ਕੇ ਕੈਲੰਡਰ ਛਪ ਜਾਣਾ, ਮਿਹਨਤ ਕੋਈ ਨਹੀਂ ਕਰਨੀ। ਫਿਰ ਜੇ ਗੁਰੂ ਦੀ ਸੇਵਾ ਕਰਨੀ ਹੈ ਤਾਂ ਫਿਰ ਥੋੜ੍ਹੀ ਬਹੁਤੀ ਮਿਹਨਤ ਵੀ ਤਾਂ ਕਰਨੀ ਪਵੇਗੀ ਨਾ। ਸੇਵਾ ਤਾਂ ਤਾਂ ਹੀ ਸਫਲੀ ਹੋਵੇਗੀ ਨਾ। ਇੱਥੇ ਤੇ ਸੇਵਾ ਕਰਨ ਵਾਲੇ ਬਲ ਦੇ ਭੱਠ ਵਿੱਚ ਬੈਠੇ ਜਾ ਕੇ ਵੀ ਦਿਸ਼ਾਲੇ ਲੈ ਕੇ ਜਾਣੇ ਨੇ। ਇੱਥੇ ਤੇ ਸੇਵਾ ਕਰਨ ਵਾਲੇ ਆਰੇ ਨਾਲ ਚੀਰੇ ਜਾ ਰਹੇ ਨੇ, ਤੈਨੂੰ ਥੋੜ੍ਹਾ ਸਮਾਂ ਦੇਣਾ ਪੈ ਰਿਹਾ, ਉਹ ਵੀ ਔਖਾ ਲੱਗਦਾ ਪਿਆ। ਰੋ ਵਿਚਾਰ ਆਪ ਸੰਗਤਾਂ ਜਿਹੜੀਆਂ ਹਨ, ਵੱਧ ਤੋਂ ਵੱਧ ਬਾਣੀ ਪੜ੍ਹੋ। ਮਹਾਂ ਦਿਵਸ ਮੂਰਤ ਭਲੇ ਜਿਨ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਹਰੇਕ ਦਿਨ ਚੰਗਾ ਜਿਹੜਾ ਬਾਣੀ ਪੜ੍ਹ ਕੇ ਬਤੀਤ ਹੋਇਆ। ਬਾਣੀ ਪੜ੍ਹੋ, ਅਰਦਾਸ ਕਰੋ, ਸਤਿਗੁਰੂ ਰਹਿਮਤ ਕਰਨ। ਭੁੱਲਾਂ ਚੁੱਕਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਲੇਖਿਆ ਕਤਹਿ ਨ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਆਪ ਸੰਗਤ